ਵਾਹਿਗੁਰੂ ਸਾਹਿਬ ਜੀਓ। ਤੂੰ ਚੋ ਸੱਜਣ ਮੈਂਡਿਆ ਲਈ ਸਿਸ ਉਤਾਰ। ਨੈਣ ਮਹਿੰਜੇ ਤਰਸ ਦੇ ਕਦ ਪਸੀਂਦੀਦਾਰ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨ ਵਿੱਚ ਪਹੁੰਚੇ ਸਾਧ ਸੰਗਤ ਜੀਓ, ਆਪ ਜੀ ਅਤੀ ਵਡਭਾਗੀ ਹੋ ਜੋ ਕਿ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨ ਛੂਹ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪਹੁੰਚ ਕੇ ਅਕਾਲ ਪੁਰਖ ਵੱਲੋਂ ਮਿਲੀਆਂ ਅਮੋਲਕ ਘੜੀਆਂ ਨੂੰ ਸਫਲ ਕਰ ਰਹੇ ਹੋ। ਚੱਲ ਰਹੀ ਲੜੀਵਾਰ ਬਾਣੀ ਦੀ ਵਿਚਾਰ ਸ਼ਲੋਕ ਬਾਬਾ ਫਰੀਦ ਸਾਹਿਬ ਜੀ, ਉਹਨਾਂ ਵਿੱਚੋਂ ਆਪ ਜੀ ਨੇ ਭਾਈ ਸਾਹਿਬ ਜੀ ਤੋਂ ਕੁਝ ਸ਼ਲੋਕ ਸਰਵਣ ਕੀਤੇ ਹਨ। ਕੱਲ੍ਹ ਦੇ ਸ਼ਲੋਕ ਵਿੱਚ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਆਪਾਂ ਥੋੜ੍ਹੇ ਜਿਹੇ ਵਿਚਾਰ ਕੀਤੇ ਸੀ ਕਿ ਕਲਰ ਕੇਰੀ ਛਪੜੀ ਆਏ ਉਲੱਥੇ ਹੰਝ। ਕਲਰ ਦੀ ਛਪੜੀ ਹੈ, ਕਲਰ ਦੀ ਛਪੜੀ ਦਾ ਉਹਦਾ ਪਾਣੀ ਕਦੀ ਪਵਿੱਤਰ ਨਹੀਂ ਹੋ ਸਕਦਾ। ਇਹ ਉਦਾਹਰਨ ਦਿੱਤੀ ਹੈ। ਉਹਦੇ ਵਿੱਚ ਹੰਸ ਆ ਕੇ ਬੈਠ ਗਏ, ਪਰ ਹੰਸ ਆਮ ਤੌਰ ਤੇ ਪਵਿੱਤਰ ਥਾਂ ਤੇ ਬੈਠਦੇ। ਕਲਰ ਦੀ ਛੱਪੜੀ ਦਾ ਮਤਲਬ ਹੈ ਮਨੁੱਖ ਦਾ ਸਰੀਰ। ਜਿਵੇਂ ਕਲਰ ਦੀ ਛੱਪੜੀ ਪਵਿੱਤਰ ਨਹੀਂ ਹੋ ਸਕਦੀ, ਐਵੇਂ ਇਹ ਸਰੀਰ ਵੀ, ਇਹਦੀ ਬਣਤਰ ਹੀ ਇਸ ਤਰ੍ਹਾਂ ਦੀ ਇਹ ਪਵਿੱਤਰ ਨਹੀਂ ਹੋ ਸਕਦਾ, ਯਤਨ ਕਰਨਾ ਪੈਂਦਾ। ਤਾਂ ਉਹਦੇ ਵਿੱਚ ਆ ਕੇ ਹੰਸ ਬੈਠ ਗਏ ਹਨ। ਇਹ 63 ਨੰਬਰ ਸ਼ਲੋਕ ਹੈ। ਚਿੰਜੂ ਬੋੜਨ ਨਾ ਪੀਵਹਿ ਉੱਡਣ ਸੰਧੀ ਡੰਜ। ਚਿੰਜੂ ਬੋੜਨ ਨਾ ਪੀਵਹਿ ਉੱਡਣ ਸੰਧੀ ਡੰਜ। ਧਿਆਨ ਦਿਓ, ਉਹਨਾਂ ਹੰਸਾਂ ਨੇ, ਹੰਸ ਇੱਕ ਪੰਛੀ ਹੈ ਜੋ ਸਿਰਫ ਮੋਤੀ ਖਾਂਦਾ ਹੈ। ਉਹਨੇ ਉਸ ਗੰਦੇ ਪਾਣੀ ਦੇ ਵਿੱਚ ਚਿੰਝ ਤਾਂ ਪਾ ਲਈ ਹੈ ਪਰ ਪੀਂਦਾ ਨਹੀਂ। ਵੇਖਣ ਵਾਲੇ ਨੂੰ ਲੱਗਦਾ ਹੈ ਵੀ ਪੀ ਰਿਹਾ ਕਿਉਂਕਿ ਚਿੰਝ ਪਾਈ ਹੋਈ। ਉੱਡਣ ਸੰਧੀ ਡੰਜ। ਡੰਜ ਦਾ ਮਤਲਬ ਹੁੰਦਾ ਹੈ ਜਿਵੇਂ ਆਪਾਂ ਇੱਕ ਥਾਂ ਤੇ ਬੈਠੇ ਹੋਈਏ ਤੇ ਲੇਟ ਹੁੰਦੇ ਹੋਈਏ ਮਨ ਕਾਹਲਾ ਪੈਂਦਾ ਵੀ ਲੇਟ ਹੋ ਗਏ, ਫਲਾਈਟ ਨਹੀਂ ਆਈ, ਟ੍ਰੇਨ ਨਹੀਂ ਆਈ, ਲੇਟ ਹੋ ਗਏ, ਪਹੁੰਚਣਾ ਸੀ। ਇੱਥੇ ਇੱਕ ਉਦਾਹਰਨ ਹੈ ਕਿ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਜਿਹੜੇ ਹੰਸ ਬਣ ਗਏ ਨੇ, ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀ ਕਮਾਈ ਕਰ ਲਈ ਹੈ, ਕਿਉਂਕਿ ਸਾਡੇ ਸਰੀਰ ਦੇ ਅੰਦਰ ਇੱਕ ਹੰਸ ਹੈ, ਉਹ ਕਦੀ ਕਾਂ ਬਣ ਜਾਂਦਾ, ਕਦੀ ਹੰਸ ਬਣ ਜਾਂਦਾ। ਸਾਡਾ ਜਿਹੜਾ ਵਿਵੇਕ ਹੈ, ਸਾਡੀ ਜਿਹੜੀ ਸੁਰਤੀ ਹੈ ਜਾਂ ਮਨ ਹੈ, ਉਹ ਜਿਵੇਂ ਦੀ ਸੰਗਤ ਵਿੱਚ ਲਾ ਦਿਓ ਉਵੇਂ ਦਾ ਰੂਪ ਧਾਰਨ ਕਰ ਜਾਂਦਾ। ਜੇ ਤਾਂ ਕੋਈ ਸੰਗਤ ਕਰਾਂਗੇ, ਯਾਨੀ ਕਿ ਉਹ ਸੰਗਤ ਕਰਾਂਗੇ ਜਿਹੜੀ ਕੇਵਲ ਸਰੀਰ ਦੀਆਂ ਵਾਸ਼ਨਾਵਾਂ ਨੂੰ ਉਕਸਾਉਂਦੀ ਹੈ, ਫਿਰ ਇਹ ਕਾਂ ਬਣ ਜਾਏਗਾ ਕਾਲੇ ਰੰਗ ਦਾ। ਜੇ ਗੁਰੂ ਕੀ ਬਾਣੀ ਦੀ ਸੰਗਤ ਕਰਾਂਗੇ ਤੇ ਇਹੀ ਮਨ ਹੰਸ ਬਣ ਜਾਏਗਾ ਸਫੈਦ ਰੰਗ ਦਾ।
ਤਾਂ ਜਿਨ੍ਹਾਂ ਨੇ ਗੁਰੂ ਕੀ ਬਾਣੀ ਦੀ ਸੰਗਤ ਕੀਤੀ, ਗੁਰੂ ਸ਼ਬਦ ਦੀ ਕਮਾਈ ਕੀਤੀ ਹੈ, ਉਹਨਾਂ ਦੇ ਅੰਦਰਲਾ ਹੰਸ ਪ੍ਰਗਟ ਹੋ ਗਿਆ ਹੈ। ਉਹ ਰਹਿੰਦੇ ਇਸ ਸਰੀਰ ਰੂਪੀ ਛੱਪੜ ਵਿੱਚ ਨੇ, ਜੋ ਕਲਰ ਦਾ ਬਣਿਆ, ਵਿਕਾਰਾਂ ਦਾ ਬਣਿਆ, ਕੱਚਾ ਹੈ। ਇਹਦੇ ਵਿੱਚ ਖਾਂਦੇ ਪੀਂਦੇ ਵੀ ਰਹਿੰਦੇ ਨੇ, ਕੰਮ ਵੀ ਕਰਦੇ ਨੇ, ਵੇਖਦੇ ਨੇ, ਤੇ ਵੇਖਣ ਵਾਲੇ ਨੂੰ ਇੰਜ ਲੱਗਦਾ ਵੀ ਜਿਵੇਂ ਚਿੰਝ ਡੋਬੀ ਹੋਈ ਹੈ। ਇਹ ਸਰੀਰ ਵਿੱਚੋਂ ਕੁਝ ਖਾ ਰਿਹਾ ਹੈ, ਸਰੀਰ ਦੇ ਰਸਾਂ ਵਿੱਚ ਫਸਿਆ ਹੋਇਆ। ਪਰ ਉਹ ਜਿਹੜਾ ਗੁਰਮੁਖ ਹੈ, ਉਹ ਇਸ ਸਰੀਰ ਦੇ ਰਸਾਂ ਨੂੰ ਪੀਂਦਾ ਨਹੀਂ। ਚਿੰਝੂ ਬੋੜਨ ਨਾ ਪੀਵੈ ਉੱਡਣ ਸੰਧੀ ਡੰਝ। ਉਹਦੇ ਅੰਦਰ ਇੱਕ ਕਾਹਲ ਪਈ ਰਹਿੰਦੀ ਹੈ ਕਿ ਮੈਂ ਜਲਦੀ ਤੋਂ ਜਲਦੀ ਗੁਰੂ ਸ਼ਬਦ ਨਾਲ ਜੁੜਾਂ, ਜਲਦੀ ਤੋਂ ਜਲਦੀ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਵਾਂ। ਇਹ ਹੰਸ ਬਿਰਤੀ ਹੈ, ਆਪਾਂ ਵਿਚਾਰ ਕੀਤੀ ਹੈ। ਯਾਨੀ ਕਿ ਸਿਮਰਨ ਕਰਨ ਦੇ ਨਾਲ ਅੰਦਰ ਇੱਕ ਐਸੀ ਸ਼ਕਤੀ ਆ ਜਾਂਦੀ ਹੈ ਕਿ ਜਿੱਥੇ ਫਿਰ ਸਾਨੂੰ ਤਿਆਗ ਨਹੀਂ ਕਰਨਾ ਪੈਂਦਾ ਵੀ ਆਹ ਚੀਜ਼ ਮਾੜੀ ਹੈ ਜਾਂ ਚੰਗੀ ਹੈ। ਆਪਣੇ ਆਪ ਚੀਜ਼ਾਂ ਦਿਸਣ ਲੱਗ ਪੈਂਦੀਆਂ, ਕਿਹੜਾ ਕੰਮ ਠੀਕ ਹੈ, ਕਿਹੜਾ ਗਲਤ ਹੈ। ਕਿਤੇੋਂ ਸਿੱਖਣਾ ਨਹੀਂ ਪੈਂਦਾ, ਕਿਤੋਂ ਸਿੱਖਣਾ ਨਹੀਂ ਪੈਂਦਾ, ਕਿਉਂਕਿ ਵਿਦਿਆ ਤੇ ਇੱਕ ਸੋਟੀ ਹੈ। ਵਿਦਿਆ ਇੱਕ ਸੋਟੀ ਹੈ ਸਿਰਫ। ਸੋਟੀ ਕਿਹਨੂੰ ਚਾਹੀਦੀ ਹੈ? ਜਿਹਦੀਆਂ ਅੱਖਾਂ ਨਹੀਂ, ਉਹਨੂੰ ਸੋਟੀ ਚਾਹੀਦੀ ਹੈ, ਉਹਨੇ ਟੋਹ ਕੇ ਤੁਰਨਾ। ਵਿਦਿਆ ਕੀ ਹੈ? ਵਿਦਿਆ ਇੱਕ ਸੋਟੀ ਹੈ। ਜਿੰਨਾ ਚਿਰ ਗਿਆਨ ਦੀਆਂ ਅੱਖਾਂ ਨਹੀਂ ਖੁੱਲਦੀਆਂ, ਉਹਨਾਂ ਚਿਰ ਸਾਨੂੰ ਬਾਹਰੋਂ ਗਿਆਨ ਦੀ ਲੋੜ ਪੈਂਦੀ ਹੈ। ਹੁਣ ਚੀਜ਼ਾਂ ਸਾਹਮਣੇ ਆ ਜਾਂਦੀਆਂ ਵੀ ਆਪਾਂ ਟਾਰਗੇਟ ਵੀ ਪੂਰਾ ਕਰਨਾ ਸ਼ਲੋਕਾਂ ਦਾ। ਮੈਂ 80 ਨੰਬਰ ਸ਼ਲੋਕ ਤੇ ਪਹੁੰਚਣਾ ਅੱਜ ਦੇ ਟਾਈਮ ਵਿੱਚ, ਕਿਉਂਕਿ ਇਸ ਤਰ੍ਹਾਂ ਦੀ ਤਰਤੀਬ ਬਣਾਈ ਗਈ ਹੈ, ਉਹ ਹੁਣ ਪੂਰੀ ਕਰਨੀ ਪੈਣੀ, ਨਹੀਂ ਤਾਂ ਇਹ ਚੀਜ਼ਾਂ ਬਹੁਤ ਮਹਿੰਗੀਆਂ ਸੀ। ਬਾਬਾ ਫਰੀਦ ਜੀ ਇੱਕ ਵਾਰੀ ਆਪਣੇ ਸਾਥੀਆਂ ਦੇ ਨਾਲ ਬਾਹਰ ਸੈਰ ਕਰਨ ਜਾ ਰਹੇ ਸੀ। ਮੁਰੀਦ ਸਨ ਤੇ ਹੱਥ ਵਿੱਚ ਸੋਟੀ ਰੱਖਦੇ ਸੀ, ਖੂੰਡੀ ਰੱਖਦੇ ਸੀ। ਤੁਰਦਿਆਂ ਤੁਰਦਿਆਂ ਨਾਲ ਦੇ ਕਹਿੰਦੇ ਕੋਈ ਉਪਦੇਸ਼ ਸੁਣਾਓ। ਚੁੱਪ ਕਰ ਗਏ, ਹੋਰ ਅੱਗੇ ਤੁਰੇ। ਅੱਗੇ ਜਾ ਕੇ ਜਿਹੜੀ ਸੋਟੀ ਫੜੀ ਸੀ ਨਾ, ਉਹਨੂੰ ਖਿੱਚ ਕੇ ਦੂਰ ਵਗਾ ਦਿੱਤਾ, ਸਾਈਡ ਤੇ ਸੋਟੀ ਵਗਾ ਦਿੱਤੀ। ਉਹ ਕਹਿੰਦੇ ਜੀ ਉਪਦੇਸ਼ ਸੁਣਾਓ। ਕਹਿੰਦੇ ਸੁਣਾਇਆ ਤੇ ਹੈ, ਤੁਸੀਂ ਸੁਣ ਲਓ। ਕਹਿੰਦੇ ਸਮਝੇ ਨਹੀਂ। ਕਹਿੰਦੇ ਸੋਟੀ ਸਿੱਟ ਦਿਓ। ਕਹਿੰਦੇ ਅਸਾਂ ਤੇ ਫੜੀਆਂ ਹੀ ਨਹੀਂ। ਕਹਿੰਦੇ ਤੁਸੀਂ ਫੜੀਆਂ ਹੋਈਆਂ ਨੇ, ਤੁਸਾਂ ਇੱਕ ਨਹੀਂ, ਤੁਸਾਂ ਕਈ ਸੋਟੀਆਂ ਫੜੀਆਂ ਨੇ। ਕਿਤੇ ਮਾਇਆ ਦੀ ਸੋਟੀ ਫੜੀ ਹੈ, ਕਿਤੇ ਪਰਿਵਾਰ ਦੀ ਫੜੀ ਹੈ, ਕਿਤੇ ਕਿਸੇ ਦਾ ਆਸਰਾ ਲਿਆ, ਕਦੀ ਕਿਸੇ ਦਾ ਲਿਆ। ਇਹ ਸੋਟੀਆਂ ਸਿੱਟ ਦਿਓ। ਨਿਆਸਰਿਆਂ ਦਾ ਆਸਰਾ ਤਾਂ ਬਣਦਾ ਹੈ ਜੇ ਬੰਦਾ ਸਾਰੇ ਆਸਰੇ ਛੱਡ ਦੇ, ਤੇ ਉਹ ਆਸਰਾ ਤਾਂ ਦੇਗਾ। ਤਾਂ ਸੋਟੀ ਵਗਾਉਣ ਦਾ ਮਤਲਬ ਇਹ ਸੀ ਕਿ ਅੱਜ ਤੋਂ ਬਾਬਾ ਫਰੀਦ ਸਾਹਿਬ ਨੇ ਸੰਸਾਰ ਦਾ ਗਿਆਨ ਵੀ ਸਿੱਟ ਦਿੱਤਾ ਹੈ, ਉਹਦੀ ਵੀ ਲੋੜ ਨਹੀਂ ਰਹੀ। ਹੁਣ ਅੱਖਾਂ ਖੁੱਲ ਗਈਆਂ ਨੇ, ਸੋਟੀ ਤੋਂ ਬਿਨਾਂ ਤੁਰਨਗੇ। ਸੋਟੀ ਦੀ ਲੋੜ ਉਹਨੂੰ ਹੈ, ਅੱਖਰੀ ਗਿਆਨ ਦੀ ਲੋੜ ਉਹਨੂੰ ਹੈ ਜਿਹਦੀ ਗਿਆਨ ਦੀ ਅੱਖ ਬੰਦ ਹੈ। ਜਦੋਂ ਗਿਆਨ ਦੀ ਅੱਖ ਖੁੱਲ ਗਈ, ਸੋਟੀ ਬਾਬੇ ਫਰੀਦ ਨੇ ਵਗਾ ਦਿੱਤੀ। ਕਹਿੰਦੇ ਹੁਣ ਲਾਈਟ ਜਗ ਗਈ, ਹੁਣ ਅੱਖਾਂ ਖੋਲੀਆਂ। ਹੁਣ ਇੱਕ ਬੰਦੇ ਨੂੰ ਦਿਸਦਾ ਹੋਵੇ ਤੇ ਫਿਰ ਵੀ ਸੋਟੀ ਚੁੱਕੀ ਫਿਰੇ, ਫਿਰ ਤਾਂ ਕੋਈ ਅਰਥ ਨਹੀਂ ਨਾ। ਇਸ ਕਰਕੇ ਬਾਬਾ ਫਰੀਦ ਸਾਹਿਬ ਇੱਥੇ ਕਹਿ ਰਹੇ, ਜਿਨ੍ਹਾਂ ਦੀ ਅੰਦਰਲੀ ਅੱਖ ਖੁੱਲ ਗਈ, ਉਹਨਾਂ ਨੂੰ ਸਾਰਾ ਨਜ਼ਰ ਆਈ ਜਾਂਦਾ। ਉਹਨਾਂ ਨੂੰ ਤਿਆਗ ਵੀ ਨਹੀਂ ਕਰਨਾ ਪੈਂਦਾ, ਛੱਡਣਾ ਵੀ ਨਹੀਂ ਪੈਂਦਾ। ਕਿਉਂਕਿ ਤਿਆਗ ਅਸੀਂ ਉਦੋਂ ਕਰਨੇ ਆ ਜਦੋਂ ਕਿਸੇ ਚੀਜ਼ ਦੇ ਵਿੱਚ ਸਾਨੂੰ ਵੈਲਿਊ ਦਿਸੇ, ਮੁੱਲ ਦਿਸੇ। ਤਿਆਗ ਉਦੋਂ ਹੀ ਕਰੇਗਾ ਨਾ ਵੀ ਸੋਨਾ ਹੈ, ਸੋਨੇ ਵਿੱਚ ਵੈਲਿਊ ਹੈ, ਸਾਡਾ ਮਨ ਹੈ, ਤਾਂ ਅਸੀਂ ਉਹਨੂੰ ਤਿਆਗਨੇ ਆ ਵੀ ਮੈਂ ਸੋਨਾ ਨਹੀਂ ਚੁੱਕਣਾ, ਮੈਂ ਚੋਰੀ ਨਹੀਂ ਕਰਨੀ। ਤਿਆਗ ਉਹਨਾਂ ਚਿਰ ਹੈ। ਇਸ ਲਈ ਬ੍ਰਹਮ ਗਿਆਨੀ ਨੂੰ ਤਿਆਗ ਵੀ ਨਹੀਂ ਕਰਨਾ ਪੈਂਦਾ, ਕਿਉਂਕਿ ਉਹਦੇ ਅਰਥ ਹੀ ਗਵਾਚ ਜਾਂਦੇ ਨੇ। ਸੋਨਾ ਤੇ ਮਿੱਟੀ ਇੱਕ ਹੋ ਗਿਆ। ਉਹ ਇਹ ਸ਼ਲੋਕ ਦੋਵੇਂ ਉੱਥੋਂ ਉਚਾਰੇ ਜਾ ਰਹੇ ਨੇ। ਪਰ ਹੁਣ ਮੈਂ ਥੋੜਾ ਜਿਹਾ ਅੱਗੇ ਜਾਣਾ ਜ਼ਰੂਰੀ ਹੈ, ਕਿਉਂਕਿ ਹੁਣ ਇਹ ਸ਼ਲੋਕ ਤਾਂ ਬਹੁਤ ਗਹਿਰੇ ਸਨ, ਪਰ ਇਹਦੇ ਅੱਖਰੀ ਅਰਥ ਕਰਾਂਗੇ। ਤੁਸੀਂ ਮੇਨ ਤਾਤੇ ਦੇ ਵਿੱਚੋਂ ਵੇਖ ਲਿਆ। ਅਗਲਾ ਸ਼ਲੋਕ ਫਿਰ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕੀਤਾ, ਹੰਸ ਉਡਰ ਕੋਦਰੈ ਪਿਆ ਲੋਕ ਵਿਡਾਰਨ ਜਾਏ। ਹੰਸ ਉੱਡਦਾ ਉੱਡਦਾ ਕੋਦਰੇ ਦੀ ਪੈਲੀ ਵਿੱਚ, ਖੇਤ ਵਿੱਚ ਬੈਠ ਗਿਆ। ਕੋਦਰਾ ਇੱਕ ਫਸਲ ਹੁੰਦੀ ਹੈ, ਜਿਹਨੂੰ ਕੋਈ ਨਹੀਂ ਖਾਂਦਾ, ਉਹ ਖਾਂਦਾ ਜਿਹਨੂੰ ਹੋਰ ਕੁਝ ਨਾ ਲੱਭੇ। ਹੰਸ ਉਡਰ ਕੋਦਰੈ ਪਿਆ ਲੋਕ ਵਿਡਾਰਨ ਜਾਏ। ਲੋਕ ਇਕੱਠੇ ਹੋ ਕੇ ਉਡਾਉਣ ਗਏ। ਕਿਉਂ? ਬਈ ਇਹਦੀ ਜਾਤ ਤਾਂ ਹੰਸ ਹੈ,
ਤੇ ਬਹਿ ਗਿਆ ਕੋਧਰੇ ਦੇ ਖੇਤ ਵਿੱਚ, ਇਹ ਤਾਂ ਇਹਦਾ ਖਾਣਾ ਹੀ ਨਹੀਂ। ਤਾਂ ਅੱਗੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੁਦਰਾ ਖਾਏ। ਇਹ ਗਾਫਲ ਲੋਕ, ਇਹ ਅਗਿਆਨੀ ਲੋਕ ਨਹੀਂ ਜਾਣਦੇ ਕਿ ਹੰਸ ਕਦੀ ਕੁਦਰੇ ਵਿੱਚੋਂ ਕੁਝ ਨਹੀਂ ਖਾਂਦੇ, ਭਾਵ ਉਹ ਮੋਤੀਆਂ ਤੋਂ ਬਿਨਾਂ ਕੁਝ ਨਹੀਂ ਖਾਂਦੇ। ਇਹ ਵੀ ਸ਼ਲੋਕ ਉਹੀ ਭਾਵ ਰੱਖਦਾ ਹੈ ਕਿ ਜਿਹਦੇ ਅੰਦਰ ਵਿਵੇਕ ਬੁੱਧੀ ਜਾਗ ਪਈ ਹੈ, ਗੁਰੂ ਕੀ ਮੱਤ ਜਾਗ ਪਈ ਹੈ, ਉਹ ਭਾਵੇਂ ਉੱਡਦੇ ਉੱਡਦੇ ਸੰਸਾਰ ਵਿੱਚ ਬਹਿ ਜਾਣ, ਪਰਿਵਾਰ ਵਿੱਚ ਬਹਿ ਜਾਣ, ਦੁਕਾਨ ਤੇ ਬਹਿ ਜਾਣ, ਫੈਕਟਰੀ ਵਿੱਚ ਬਹਿ ਜਾਣ, ਜ਼ਮੀਨ ਵਿੱਚ ਬਹਿ ਜਾਣ, ਸੰਸਾਰ ਦੇ ਕੰਮ ਕਰੀ ਜਾਣ, ਜਿਨ੍ਹਾਂ ਦਾ ਅੰਦਰਲਾ ਹਿੱਸਾ ਬਾਹਰਲੇ ਹਿੱਸੇ ਤੋਂ ਅਲੱਗ ਹੋ ਗਿਆ। ਕਿਉਂਕਿ ਇੱਕੋ ਹੀ ਡੈਫੀਨੇਸ਼ਨ ਦੋਵਾਂ ਤੇ ਲਾਗੂ ਹੁੰਦੀ ਹੈ, ਮਨਮੁਖ ਤੇ ਗੁਰਮੁਖ ਤੇ। ਮਨਮੁਖ ਵੀ ਅੰਦਰੋਂ ਹੋਰ ਹੈ ਤੇ ਬਾਹਰੋਂ ਹੋਰ ਹੈ, ਪਰ ਉਹ ਧੋਖੇ ਫਰੇਬ ਕਰ ਰਿਹਾ ਹੈ। ਗੁਰਮੁਖ ਵੀ ਅੰਦਰੋਂ ਹੋਰ ਹੋ ਜਾਂਦਾ ਤੇ ਬਾਹਰੋਂ ਹੋਰ ਹੋ ਜਾਂਦਾ। ਕਿਉਂ? ਅੰਦਰਲੀ ਸੁਰਤ ਨਾਮ ਨਾਲ ਜੁੜੀ ਰਹਿੰਦੀ ਹੈ, ਸਰੀਰ ਬਾਹਰ ਕੰਮ ਕਰੀ ਜਾਂਦਾ ਸੰਸਾਰ ਦੇ ਵਿੱਚ। ਇਹ ਦੋ ਹਿੱਸੇ ਇਸ ਸ਼ਲੋਕ ਵਿੱਚ ਕਹੇ ਨੇ ਕਿ ਇਹ ਵਿਚਾਰੇ ਲੋਕ ਨਹੀਂ ਜਾਣਦੇ। ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਧਰਾ ਖਾਏ। ਇਹਦਾ ਭਾਵ ਅਰਥ ਹੈ ਕਿ ਜਿਹੜੇ ਰੱਬ ਦੇ ਪਿਆਰੇ ਨੇ, ਉਹ ਭਾਵੇਂ ਸੰਸਾਰ ਵਿੱਚ ਰਹਿੰਦੇ ਨੇ, ਪਰ ਉਹਨਾਂ ਦੀ ਅੰਦਰਲੀ ਸੁਰਤੀ ਪਰਮੇਸ਼ਰ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਚੱਲ ਚੱਲ ਗਈਆਂ ਪੰਖੀਆਂ, ਜਿਨੀ ਵਸਾਏ ਤਲ। ਹੁਣ ਬਾਬਾ ਫਰੀਦ ਜੀ ਦੱਸ ਰਹੇ ਨੇ ਵੀ ਇਹ ਬਿਰਤੀ ਕਿਵੇਂ ਪੈਦਾ ਹੋਵੇਗੀ, ਜਿਹੜੀ ਹੰਸ ਵਾਲੀ ਬਿਰਤੀ ਹੈ। ਅਗਲੇ ਸ਼ਲੋਕਾਂ ਵਿੱਚ ਦੱਸਦੇ ਨੇ ਉਹਦੀ ਸਾਧਨਾ ਕੀ ਹੈ, ਉਹਦੀ ਜੁਗਤ ਕੀ ਹੈ। ਉਹ ਕਹਿੰਦੇ ਨੇ ਜਿਨ੍ਹਾਂ ਨੇ ਇਸ ਸੰਸਾਰ ਨੂੰ ਇਸ ਤਰ੍ਹਾਂ ਦਾ ਸਮਝ ਲਿਆ ਕਿ ਇੱਥੇ ਪਤਾ ਨਹੀਂ ਕਿੰਨੇ ਆਏ ਸਨ ਤੇ ਕਿੰਨੇ ਚਲੇ ਗਏ। ਚੱਲ ਚੱਲ ਗਈਆਂ ਪੰਖੀਆਂ, ਇਸ ਸਮੁੰਦਰ ਸੰਸਾਰ ਸਰੋਵਰ ਤੇ ਪਤਾ ਨਹੀਂ ਕਿੰਨੇ ਕੁ ਲੋਕ ਆਏ ਸਨ ਤੇ ਕਿੰਨੇ ਚਲੇ ਗਏ ਨੇ। ਜਿੰਨੀ ਵਸਾਏ ਤਲ, ਜਿਨ੍ਹਾਂ ਨੇ ਇਹਨਾਂ ਤਲਾਬਾਂ ਤੇ ਰੌਣਕ ਲਾਈ ਹੋਈ ਸੀ, ਉਹਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ। ਸਾਡੇ ਤੋਂ ਪਹਿਲਾਂ ਅਰਬਾਂ ਲੋਕ ਆਏ ਨੇ, ਜਿਹਨੂੰ ਕਹਿੰਦੇ ਫਰੀਦਾ ਜਿਮੀ ਪੁੱਛੈ ਅਸਮਾਨ, ਖੇਵਟ ਕਿਨ ਗਏ ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ। ਕਿੱਧਰ ਚਲੇ ਗਏ? ਕਿੰਨੇ ਲੋਕ ਅੱਖਾਂ ਨਾਲ ਵੇਖਦੇ ਸੀ। ਇਹ ਜਿਨ੍ਹਾਂ ਨੇ ਸੰਸਾਰ ਨੂੰ ਇਸ ਦ੍ਰਿਸ਼ਟੀ ਨਾਲ ਵੇਖਿਆ, ਉਹ ਹੀ ਹੰਸ ਬਣੇ ਹਨ। ਫਰੀਦਾ ਸਰ ਭਰਿਆ ਵੀ ਚੱਲ ਸੀ, ਥੱਕੇ ਕਵਲ ਇਕੱਲ। ਜਿਨ੍ਹਾਂ ਦੇ ਅੰਦਰ ਇਹ ਬਿਰਤੀ ਪੈਦਾ ਹੋ ਗਈ ਕਿ ਇਹ ਜਿਹੜਾ ਭਰਿਆ ਹੋਇਆ ਸਰੋਵਰ ਅੱਜ ਫੁੱਲ ਖਿੜੇ ਨੇ ਨਾ, ਇੰਨੇ ਜੀਵ ਜੰਤ ਫਿਰਦੇ ਨੇ, ਇਹ ਵੀ ਚੱਲ ਸੀ, ਇਹਨੇ ਵੀ ਚਲੇ ਹੀ ਜਾਣਾ ਹੈ। ਤੇ ਜਦੋਂ ਇਹ ਚਲੇ ਜਾਣਗੇ ਤੇ ਥੱਕੇ ਕਵਲ ਇਕੱਲ। ਕਵਲ ਦਾ ਅਰਥ ਹੈ ਕਮਲ ਦਾ ਫੁੱਲ। ਜਿਹੜੇ ਪਦਾਰਥ ਰੂਪੀ ਕਮਲ ਦੇ ਫੁੱਲ ਨੇ ਨਾ, ਉਹਨਾਂ ਦੇ ਮਾਲਕ ਜਦੋਂ ਤੁਰ ਗਏ ਤੇ ਉਹਨਾਂ ਨੇ ਥੱਕ ਜਾਣਾ, ਸੁੱਕ ਜਾਣਾ ਉਹਨਾਂ ਸੰਸਾਰ ਨੇ। ਇਹ ਨਾਸ਼ਮਾਨਤਾ ਦੀ ਬਿਰਤੀ ਅੰਦਰ ਪੈਦਾ ਕਰਨੀ ਪੈਂਦੀ ਹੈ। ਇਹ ਸ਼ਲੋਕ ਤਾਂ ਨੇ ਇੱਕ ਦੂਜੇ ਨਾਲ ਜੁੜੇ ਹੋਏ ਨੇ। ਇੱਥੇ ਮੌਤ ਦੀ ਵਿਆਖਿਆ ਦਾ ਮਤਲਬ ਇਹ ਨਹੀਂ ਕਿ ਬੰਦੇ ਨੂੰ ਡਰਾਇਆ ਜਾਏ ਵੀ ਤੂੰ ਮਰ ਜਾਣਾ। ਇਹ ਮੈਂ ਬੇਨਤੀ ਕਰਦਿਆਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ-ਵਾਰ ਜਿਹੜੀ ਮੌਤ ਦੀ ਵਿਆਖਿਆ ਖਾਸ ਕਰਕੇ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਵਿੱਚ ਆਉਂਦੀ ਹੈ ਨਾ, ਉਹਦਾ ਕਾਰਨ ਇਹ ਨਹੀਂ ਕਿ ਲੋਕਾਂ ਨੂੰ ਡਰਾ ਕੇ ਉਹਨਾਂ ਤੋਂ ਪੈਸੇ ਇਕੱਠੇ ਕੀਤੇ ਜਾਣ। ਉਹਦਾ ਇਹ ਕੋਈ ਕਾਰਨ ਨਹੀਂ, ਡਰਾਉਣ ਦਾ ਕੋਈ ਕਾਰਨ ਨਹੀਂ। ਕਾਰਨ ਇਹਨਾਂ ਹੈ ਕਿ ਮੌਤ ਦੀ ਦ੍ਰਿਸ਼ਟੀ ਦੇ ਦੁਆਰਾ ਹੀ ਮਨੁੱਖ ਦੇ ਅੰਦਰ ਉਹ ਜੋਤ ਜਗ ਸਕਦੀ, ਜਿਹਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ। ਜੇ ਮੌਤ ਚੇਤੇ ਨਹੀਂ ਆਉਂਦੀ, ਧਰਮ ਨਹੀਂ ਕਮਾਇਆ ਜਾ ਸਕਦਾ। ਪਰਮਾਤਮਾ ਵਾਲੇ ਪਾਸੇ ਮਨੁੱਖ ਜਾ ਹੀ ਨਹੀਂ ਸਕਦਾ ਮੌਤ ਦੀ ਯਾਦ ਤੋਂ ਬਿਨਾਂ। ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਆ, ਵੇਖ ਕਿੰਨੇ ਫੁੱਲ ਖਿੜੇ ਸਨ, ਕਿੱਧਰ ਚਲੇ ਗਏ? ਮੁਰਝਾ ਗਏ, ਚਲੇ ਗਏ। ਤਾਂ ਇਸ ਤਰ੍ਹਾਂ ਦੀ ਬਿਰਤੀ ਜਿਨ੍ਹਾਂ ਦੇ ਵਿੱਚ ਬਣ ਗਈ, ਕਹਿੰਦੇ ਫਰੀਦਾ ਇੱਟ ਸਿਰਾਣੇ ਭੋਏ ਸਵਣ, ਕੀੜਾ ਲੜਿਓ ਮਾਸ। ਯਾਦ ਕਰਾਉਂਦੇ ਨੇ ਕਿੱਧਰ ਆਕੜ ਆਕੜ ਕੇ ਤੁਰਨਾ ਹੈ। ਆ ਤੇਰੇ ਵੱਡੇ ਵਡੇਰੇ ਕਿੱਥੇ ਚਲੇ ਗਏ? ਦਾਦੇ ਪੜਦਾਦੇ ਕਿੱਥੇ ਚਲੇ ਗਏ?
ਮੁਸਲਮਾਨ ਮਤ ਦੇ ਵਿੱਚ ਕਬਰ ਵਿੱਚ ਰੱਖਦੇ ਨੇ ਤੇ ਫਿਰ ਉੱਥੇ ਕੀੜੇ ਖਾ ਜਾਂਦੇ ਸਰੀਰ ਨੂੰ, ਤੇ ਜਦੋਂ ਉੱਥੇ ਸਰਾਣੇ ਕਬਰ ਦੇ ਵਿੱਚ ਲੰਮਾ ਪਾਉਂਦੇ ਨੇ ਨਾ, ਤੇ ਉਹਦੇ ਸਿਰ ਦੇ ਥੱਲੇ ਇੱਟ ਰੱਖਦੇ ਨੇ, ਉੱਥੇ ਪੋਲਾ ਸਰਾਣਾ ਨਹੀਂ ਰੱਖਦੇ ਫਿਰ, ਕਿਉਂਕਿ ਹੁਣ ਚੁੱਭਦਾ ਕੁਝ ਨਹੀਂ, ਚੁੱਭਣ ਵਾਲੀ ਚੀਜ਼ ਵਿੱਚੋਂ ਨਿਕਲ ਗਈ। ਉੱਥੇ ਇੱਟ ਰੱਖਦੇ, ਉਦੋਂ ਦੀ ਵਿਆਖਿਆ ਹੁਣ ਵਾਲੇ ਤੇ ਫਿਰ ਸਰਾਣਾ ਵੀ ਨਹੀਂ ਕਹਿੰਦੇ, ਸਰਵਾਈਕਲ ਹੋ ਜਾਂਦਾ। ਹੁਣ ਤੇ ਮੇਰੇ ਖਿਆਲ ਵਿੱਚ ਬਦਲ ਲੈਣਾ ਚਾਹੀਦਾ। ਹੁਣ ਸਰਾਣੇ ਦੀ ਇੱਟ ਦੀ ਲੋੜ ਨਹੀਂ, ਉਦੋਂ ਰੱਖਣਾ ਪੈਂਦਾ ਸੀ, ਉਦੋਂ ਹੁਣ ਵੀ ਹੈ। ਚਲੋ ਇੱਥੇ ਕਹਿੰਦੇ ਇੱਟ ਸਰਾਣੇ ਜਿਹੜੇ ਚਲੇ ਗਏ ਨੇ ਕਬਰ ਦੇ ਵਿੱਚ, ਉਹਨਾਂ ਦੇ ਸਰਾਣੇ ਦੇ ਥੱਲੇ ਇੱਟ ਰੱਖ ਦਿੱਤੀ, ਭੋਏ ਸਮਣ ਤੇ ਜ਼ਮੀਨ ਤੇ ਸੌਣਾ ਪਿਆ ਉਹਨਾਂ ਨੂੰ। ਕੀੜਾ ਲੜਿਓ ਮਾਸ, ਤੇ ਕੀੜਿਆਂ ਨੇ ਮਾਸ ਖਾਣਾ ਸ਼ੁਰੂ ਕਰ ਦਿੱਤਾ। ਕਹਿੰਦੇ ਕੇਤੜਿਆਂ ਜੁਗ ਵਾਪਰੇ, ਇਕਤ ਪਿਆਂ ਪਾਸ। ਕਹਿੰਦੇ ਫਿਰ ਤੂੰ ਥੱਕਣਾ ਨਹੀਂ ਸੱਜਣਾ, ਜਿਵੇਂ ਹੁਣ ਥੱਕ ਜਾਂਦਾ ਨਾ ਵੀ 1 ਘੰਟਾ ਹੋ ਗਿਆ ਇੱਕ ਪਾਸੇ ਨੂੰ ਸੱਜੇ ਪਾਸੇ ਅਰਕ ਰੱਖ ਕੇ ਪਿਆ ਹੈ, ਥਕਾਵਟ ਹੋ ਗਈ, ਪਾਸਾ ਬਦਲਣਾ। ਉੱਥੇ ਪਾਸਾ ਬਦਲਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਥਕਾਵਟ ਹੀ ਨਹੀਂ ਹੁੰਦੀ, ਜਿੱਥੇ ਰੱਖ ਦਿਓ ਬਸ ਪਿਆ ਹੀ ਰਿਹਾ। ਇਹ ਮੌਤ ਯਾਦ ਕਰਾ ਰਹੇ ਨੇ। ਕੇਤੜਿਆਂ ਪਤਾ ਨਹੀਂ ਕਿੰਨੇ ਕੁ ਯੁੱਗ ਵਾਪਰੇ, ਕਿੰਨੇ ਯੁੱਗ ਲੰਘ ਗਏ। ਇਕਤ ਪਿਆਂ, ਇਕਤ ਦਾ ਮਤਲਬ ਹੈ ਇੱਕ ਪਾਸੇ, ਪਿਆਂ ਪਾਸ, ਇੱਕ ਪਾਸੇ ਪਿਆਂ ਨੂੰ ਕਿੰਨੇ ਯੁੱਗ ਲੰਘ ਗਏ। ਜਿਹੜੀ ਗੱਲ ਮੈਂ ਕਹੀ ਉਹਨੂੰ ਧਿਆਨ ਵਿੱਚ ਰੱਖਿਓ ਵੀ ਜਗਾਉਣ ਵਾਸਤੇ ਹੈ, ਡਰ ਵਾਸਤੇ ਨਹੀਂ ਹੈ ਸ਼ਲੋਕ ਜਿਹੜੇ ਨੇ। ਕਿਉਂਕਿ ਬੰਦਾ ਕਹਿੰਦਾ ਵੀ ਸਵੇਰੇ ਉੱਠ ਕੇ ਗੁਰਦੁਆਰਿਓਂ ਜ਼ਿੰਦਗੀ ਮੰਗਣ ਆਏ ਸੀ, ਵਿਆਖਿਆ ਫਿਰ ਮੌਤ ਦੀ। ਜ਼ਿੰਦਗੀ ਮਿਲਣੀ ਮੌਤ ਦੇ ਵਿੱਚੋਂ ਹੈ, ਜੀਵਨ ਮਿਲਣਾ ਹੀ ਮੌਤ ਦੇ ਵਿੱਚੋਂ ਹੈ। ਫਿਰ ਕਹਿੰਦੇ ਫਰੀਦਾ ਭੰਨੀ ਘੜੀ ਸਵੰਨਵੀਂ, ਟੁੱਟੀ ਨਾਗਰ ਲੱਜ। ਉਦਾਹਰਨਾਂ ਦਿੱਤੀਆਂ ਨੇ। ਭੰਨੀ ਘੜੀ, ਘੜੀ ਦਾ ਅਰਥ ਹੈ ਮਿੱਟੀ ਦਾ ਭਾਂਡਾ। ਭੰਨੀ ਇਹ ਟੁੱਟ ਜਾਣਾ, ਮਿੱਟੀ ਦਾ ਭਾਂਡਾ ਜਿਹੜਾ ਸਰੀਰ ਹੈ। ਸਵੰਨਵੀਂ ਦਾ ਅਰਥ ਹੈ ਬੜੀ ਸੋਹਣੀ ਘੜੀ, ਬੜਾ ਸੋਹਣਾ ਸਰੀਰ। ਟੁੱਟੀ ਨਾਗਰ ਲੱਜ, ਤੇ ਜਿਹੜੀ ਲੱਜ ਦੇ ਨਾਲ ਇਹ ਬੰਨੀ ਹੋਈ ਏ, ਉਹ ਲੱਜ ਕਿਹੜੀ? ਲੱਜ ਦਾ ਮਤਲਬ ਰੱਸਾ। ਉਹ ਰੱਸਾ ਕਿਹੜਾ? ਆ ਗਲੇ ਤੋਂ ਲੈ ਕੇ ਸਵਾਸ ਚੱਲ ਰਿਹਾ, ਸਵਾਸ ਦੇ ਰੱਸੇ ਨਾਲ ਫੜੀ ਹੋਈ। ਜਿਵੇਂ ਕਿਸੇ ਚੀਜ਼ ਨੂੰ ਆਪਾਂ ਖੂਹ ਵਿੱਚੋਂ ਪਾਣੀ ਕੱਢਦੇ ਆ ਤੇ ਉਹਨੂੰ ਰੱਸਾ ਬੰਨਣਾ ਪੈਂਦਾ। ਇਹਦਾ ਮਤਲਬ ਇਹ ਵੀ ਹੈ ਸ਼ਲੋਕ ਦਾ ਕਿ ਇਸ ਦੁਨੀਆ ਦੇ ਵਿੱਚ ਇਹ ਤੂੰ ਖਿਆਲ ਛੱਡ ਦੇ ਪਿਆਰਿਆ, ਜਿਹੜਾ ਕਹਿੰਦਾ ਬਈ ਕੰਮ ਮੁਕਾ ਲਈਏ ਤੇ ਫਿਰ ਕਰਾਂਗੇ ਬਾਣੀ ਪੜਾਂਗੇ। ਨਹੀਂ, ਇੱਥੇ ਤਾਂ ਪਾਣੀ ਕੱਢਦਿਆਂ ਕੱਢਦੇ ਲਾਜੀ ਟੁੱਟ ਜਾਂਦੀ ਹੈ। ਪਾਣੀ ਕੱਢਣ ਵਾਲਾ ਕੰਮ ਨਹੀਂ ਮੁੱਕਦਾ, ਟਾਈਮ ਤੂੰ ਆਪ ਕੱਢਣਾ। ਭੰਨੀ ਘੜੀ ਸਵੰਨਵੀਂ, ਟੁੱਟੀ ਨਾਗਰ ਲੱਜ, ਉਹ ਸੋਹਣੀ ਰੱਸੀ ਵੀ ਟੁੱਟ ਗਈ ਸਵਾਸਾਂ ਦੀ। ਕਹਿੰਦੇ ਅਜਰਾਇਲ ਫਰਿਸ਼ਤਾ, ਕਹਿ ਘਰ ਨਾਠੀ ਅੱਜ। ਅਜਰਾਇਲ ਦਾ ਮਤਲਬ ਹੈ ਮੌਤ ਦਾ ਫਰਿਸ਼ਤਾ। ਇਸਲਾਮ ਵਿੱਚ ਉਹਨੂੰ ਇਜ਼ਰਾਇਲ ਕਹਿੰਦੇ ਨੇ, ਤੇ ਸਾਧ ਸੰਗਤ ਜੀ ਇਧਰ ਧਰਮਰਾਜ ਕਿਹਾ ਜਾਂਦਾ ਹੈ, ਇੱਕੋ ਹੀ ਗੱਲ ਹੈ। ਅਜਰਾਇਲ ਫਰਿਸ਼ਤਾ, ਕਹਿ ਘਰ, ਕਿਹਦੇ ਘਰ ਦੇ ਵਿੱਚ ਹੈ? ਨਾਠੀ ਅੱਜ। ਨਾਠੀ ਦਾ ਮਤਲਬ ਹੈ ਪ੍ਰਾਹੁਣਾ। ਕਹਿੰਦੇ ਕਿਹਦੇ ਘਰ ਦੇ ਵਿੱਚ ਅੱਜ ਇਜ਼ਰਾਇਲ ਜਿਹੜਾ ਮੌਤ ਦਾ ਫਰਿਸ਼ਤਾ ਹੈ ਪ੍ਰਾਹੁਣਾ ਬਣ ਕੇ ਆਇਆ ਹੈ, ਭਾਵ ਉਹਨੂੰ ਲੈਣ ਵਾਸਤੇ ਆਇਆ ਹੈ। ਮੌਤ ਦਾ ਨਕਸ਼ਾ ਹੈ। ਫਰੀਦਾ ਭੜੀ, ਫਰੀਦਾ ਭੰਨੀ ਘੜੀ ਸਵੰਨਵੀਂ, ਟੂਟੀ ਨਾਗਰ ਲੱਜ। ਇਹ ਦੂਜੀ ਵਾਰੀ ਦੁਹਰਾਇਆ ਸ਼ਲੋਕ ਵਿੱਚ ਪਹਿਲੀ ਪੰਕਤੀ ਨੂੰ। ਕਹਿੰਦੇ ਬੜੀ ਸੋਹਣੀ ਸਰੀਰ ਦੀ ਘੜੀ ਟੁੱਟ ਗਈ, ਸਵਾਸਾਂ ਦੀ ਲੱਜ, ਰੱਸਾ ਵੀ ਟੁੱਟ ਗਿਆ। ਕਹਿੰਦੇ ਜੋ ਸੱਜਣ ਭੋਏ ਭਾਰ ਥੇ, ਸੇ ਕਿਉਂ ਆਵਹਿ ਅੱਜ। ਜਿਹੜੇ ਬੰਦੇ ਬੜੇ ਬੜੇ ਵਜਨਦਾਰ ਸਨ ਦੁਨੀਆ ਤੇ, ਧਰਤੀ ਦੱਬੀ ਪਈ ਸੀ ਜਿਨ੍ਹਾਂ ਦੇ ਭਾਰ ਥੱਲੇ, ਭਾਵ ਬੜੇ ਬੜੇ ਵੱਡੇ ਅਮੀਰ ਲੋਕ, ਉਹ ਕਿੱਥੋਂ ਆਉਣ? ਭਾਵ ਸੁਚੇਤ ਕੀਤਾ ਭਾਈ ਇਹ ਜਿਹੜਾ ਜੀਵਨ ਹੈ ਇਹਨੂੰ ਸਫਲ ਕਰ ਲੈ, ਐਵੇਂ ਨਾ ਸਾਰੀ ਉਮਰ ਭੱਜਦੀ ਗਵਾ ਦੇ। ਠੀਕ ਹੈ, ਕਿਰਤ ਕਰਨੀ ਇਹ ਬੜੀ ਜ਼ਰੂਰੀ ਹੈ। ਮੈਂ ਬੇਨਤੀ ਕੀਤੀ ਸੀ ਪਿਛਲੇ ਸ਼ਲੋਕ ਤੋਂ ਲੈ ਕੇ ਪਿੱਛੇ ਦੱਸਿਆ ਸੀ ਹੰਸ ਕਿਵੇਂ ਬਣਨਾ ਹੈ,
ਹੰਸ ਕੀ ਏ? ਤਿੰਨਾਂ ਸ਼ਲੋਕਾਂ ਵਿੱਚ ਮੌਤ ਯਾਦ ਕਰਾ ਕੇ ਦੱਸਿਆ, ਹੰਸ ਬਣਾਏਗੀ ਮੌਤ। ਮੌਤ ਤੋਂ ਬਿਨਾਂ ਮੈਲ ਨਹੀਂ ਲੈਣੀ। ਜਿੰਨੇ ਮਰਜ਼ੀ ਗ੍ਰੰਥ ਪੜ੍ਹ ਲਓ, ਜਿੰਨੇ ਮਰਜ਼ੀ ਗਿਆਨ ਇਕੱਠੇ ਕਰ ਲਓ, ਮੌਤ ਬੰਦੇ ਨੂੰ ਜਗਾਉਂਦੀ ਏ। ਚਲੋ ਹੋਰ ਤਰੀਕੇ ਵੀ ਤਿੰਨ ਤਰੀਕੇ ਨੇ। ਇੱਕ ਤਰੀਕਾ ਬੰਦਾ ਉਪਦੇਸ਼ ਨਾਲ ਜਾਗ ਪਏ, ਬਾਣੀ ਪੜ੍ਹੇ, ਸਮਝ ਜਾਏ, ਬੜਾ ਘੱਟ ਕੰਮ ਕਰਦਾ। ਦੂਜਾ ਤਰੀਕਾ ਫਿਰ ਗੁਰੂ ਕਿਰਪਾ ਕਰਦਾ। ਜਦੋਂ ਅਸੀਂ ਅਰਦਾਸ ਕਰਨੇ ਆ ਫਿਰ ਗੁਰੂ ਕਹਿੰਦਾ ਵੀ ਇਹਦੇ ਤੇ ਕਿਰਪਾ, ਕਹਿੰਦਾ ਤੇ ਹੈ ਮੈਨੂੰ ਨਾਮ ਦੀ ਦਾਤ ਦੇ ਦਿਓ, ਪਰ ਅੰਦਰ ਇਹਦਾ ਰਾਜੀ ਨਹੀਂ ਨਾਮ ਵਾਸਤੇ। ਫਿਰ ਸਤਿਗੁਰੂ ਕਿਰਪਾ ਕਰਦੇ ਨੇ, ਫਿਰ ਇਹਨੂੰ ਦੁਨੀਆ ਦੇ ਉਹਨਾਂ ਲੋਕਾਂ ਤੋਂ ਦੁੱਖ ਦਿਵਾਉਂਦੇ ਨੇ ਜਿਹੜੇ ਸਭ ਤੋਂ ਨੇੜੇ ਨੇ। ਇਹ ਦੁੱਖ ਦਾਰੂ ਬਣਦਾ, ਫਿਰ ਤਾਂ ਛੱਡਦਾ ਮਨੁੱਖ ਸੰਸਾਰ। ਤੇ ਜੇ ਦੋਵੇਂ ਕੰਮ ਨਾ ਹੋਣ ਫਿਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਤੀਜੀ ਫਿਰ ਦਵਾਈ ਸਭ ਤੋਂ ਸਿਰੇ ਦੀ ਉਹ ਕਿਹੜੀ ਹੈ? ਉਹ ਦਵਾਈ ਹੈ ਜਮ ਕਾ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਮਨ ਤਾਂ ਜਾਗਦਾ ਮੌਤ ਸਾਹਮਣੇ ਆ ਕੇ ਖਲੋ ਜਾਂਦਾ। ਇਹ ਬਾਣੀ ਮੌਤ ਦੇ ਦਰਸ਼ਨ ਕਰਾਉਂਦੀ। ਤਾਂ ਫਿਰ ਜਿਹੜੇ ਗਾਫਲ ਹੋ ਚੁੱਕੇ, ਅਗਲੇ ਸ਼ਲੋਕ ਉਹਨਾਂ ਵਾਸਤੇ ਕਹਿੰਦੇ, ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ। ਬੇਨਵਾਜਾ ਮੁਸਲਮਾਨਾਂ ਵਿੱਚ 5 ਵਾਰੀ ਨਮਾਜ਼ ਪੜ੍ਹਦੇ ਨੇ। ਇੱਥੇ ਸ਼ਬਦ ਕੁੱਤਿਆ ਵਰਤਿਆ ਹੈ। ਉਸ ਮਨੁੱਖ ਨੂੰ ਕੁੱਤੇ ਨਾਲ ਤੁਲਨਾ ਦਿੱਤੀ ਹੈ ਜਿਹੜਾ ਆਪਣੇ ਧਰਮ ਦੇ ਅਨੁਕੂਲ ਨਿਤਨੇਮ ਨਹੀਂ ਕਰਦਾ। ਹੇ ਬੇਨਵਾਜ, ਹੇ ਨਿਤਨੇਮ ਨਾ ਕਰਨ ਵਾਲੇ ਕੂਕਰ, ਇਹ ਨਾ ਭਲੀ ਰੀਤ, ਇਹ ਤੇਰੀ ਰੀਤ, ਇਹ ਤੇਰਾ ਤਰੀਕਾ ਚੰਗਾ ਨਹੀਂ ਜਿਹੜਾ ਤੂੰ ਸੁੱਤਾ ਹੀ ਜ਼ਿੰਦਗੀ ਲੰਘਾ ਰਿਹਾ। ਕਹਿੰਦੇ ਕਬਹੀਂ ਚੱਲ ਨਾ ਆਇਆ ਪੰਜੇ ਵਕਤ ਮਸੀਤ। ਤੂੰ ਕਦੀ ਪੰਜੇ ਟਾਈਮ ਮਸੀਤ ਚੱਲ ਕੇ ਆਏ ਹੀ ਨਹੀਂ। ਥੋੜਾ ਜਿਹਾ ਇੱਥੇ ਰੁਕ ਜਾ 2 ਮਿੰਟ। ਬਾਬਾ ਫਰੀਦ ਸਾਹਿਬ ਦੇ ਕੋਲ ਐਸੀ ਕਲਾ ਹੈ, ਉਹ ਸ਼ਰ੍ਹਾ ਨੂੰ ਤੇ ਇਸ਼ਕ ਨੂੰ ਇਕੱਠਾ ਕਰ ਦਿੰਦੇ ਨੇ। ਨਹੀਂ ਤੇ ਆਮ ਤੌਰ ਤੇ ਬੰਦੇ ਕੱਟੜ ਹੋ ਜਾਂਦੇ ਨੇ। ਸ਼ਰ੍ਹਾ ਵਿੱਚ, ਮਰਿਆਦਾ ਵਿੱਚ, ਨੇਮ ਵਿੱਚ ਕੱਟੜਤਾ ਜ਼ਰੂਰ ਆਉਂਦੀ। ਜੇ ਉਹਦੇ ਅੰਦਰ ਪ੍ਰੇਮ ਨਹੀਂ ਨਾਲ ਤੇ ਨਿਮਰਤਾ ਬੰਦੇ ਨੂੰ ਗਰਮ ਵੀ ਕਰ, ਮਰਿਆਦਾ ਗਰਮ ਕਰ ਦਿੰਦੀ। ਜੇ ਪ੍ਰੇਮ ਮਿਕਸ ਨਹੀਂ ਕੀਤਾ ਗਿਆ, ਕੱਲੀ ਮਰਿਆਦਾ ਬੰਦੇ ਨੂੰ ਹੰਕਾਰੀ ਵੀ ਕਰ ਦਿੰਦੀ। ਹੰਕਾਰ ਨਾਲ ਭਰੇ, ਠੀਕ ਹੈ, ਮਰਿਆਦਾ ਬੜੀ ਚੰਗੀ ਚੀਜ਼ ਹੈ, ਵਿਦਿਆ ਬੜੀ ਚੰਗੀ ਚੀਜ਼ ਹੈ, ਪਰ ਮੈਂ ਕਈ ਬੰਦੇ ਵੇਖੇ ਨੇ ਜੇ ਆਪ ਪੜ੍ਹਦੇ ਨਾ ਬਾਹਰ ਨਿਕਲ ਕੇ ਆਮ ਬੰਦੇ ਦੇ ਗਲ ਪੈਣ, ਤੂੰ ਸੰਥਿਆ ਕੀਤੀ ਹੈ, ਤੂੰ ਆਹ ਕੰਮ ਕੀਤਾ ਹੈ, ਪਿਆਰ ਨਾਲ ਤੂੰ ਕਹੇ ਚੰਗੀ ਗੱਲ ਹੈ ਭਾਈ, ਇਹਦਾ ਮਤਲਬ ਤੂੰ ਅੰਦਰੋਂ ਹੰਕਾਰ ਦੀ ਪੰਡ ਚੁੱਕ ਕੇ ਲਿਆ ਜੇ ਤੂੰ ਸੰਥਿਆ ਕਰ ਲਈ। ਇਹ ਮਰਿਆਦਾ। ਬਾਬਾ ਫਰੀਦ ਸਾਹਿਬ ਕੌਣ ਨੇ? ਬਾਬਾ ਫਰੀਦ ਸਾਹਿਬ ਨਮਾਜ਼ ਦੀ ਵੀ ਗੱਲ ਕਰਦੇ ਨੇ, ਮਸੀਤ ਦੀ ਵੀ ਗੱਲ ਕਰਦੇ ਨੇ, ਤੇ ਨਾਲ ਨਾਲ ਪ੍ਰੇਮ ਦੀ ਵੀ ਗੱਲ ਕਰਦੇ ਨੇ। ਸੂਫੀ ਮਤ ਦਾ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅੰਸ਼ ਹੈ। ਜਦੋਂ ਉਹ ਇੱਕ ਆਪਣੇ ਆਪ ਨੂੰ ਪਰਮਾਤਮਾ ਦੀ ਇਸਤਰੀ ਪੇਸ਼ ਕਰ ਦਿੰਦੇ ਨੇ। ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਤਾਂ ਇੱਥੇ ਮਰਿਆਦਾ ਦੀ, ਸ਼ਰ੍ਹਾ ਦੀ ਬੜੀ ਲੋੜ ਹੈ, ਜ਼ਰੂਰਤ ਹੈ, ਪਰ ਉਹਨਾਂ ਨੇ ਪ੍ਰੇਮ ਵੀ ਨਾਲ ਰੱਖਿਆ ਵੀ ਤੇਰੀ ਗਲੀ ਵਿੱਚ ਆਇਆ ਚਿੱਕੜ ਬੜਾ ਹੈ। ਕਈ ਉਦਾਹਰਨ ਦਿੱਤੇ ਨੇ। ਅਗਲੇ ਸ਼ਲੋਕ ਵਿੱਚ ਫਿਰ ਉਹਨਾਂ ਨੇ ਸੁਚੇਤ ਕੀਤਾ, ਕਹਿੰਦੇ ਉਠ ਫਰੀਦਾ ਪੂਜੂ ਸਾਜ ਸੁਬਹ ਨਿਵਾਜ ਗੁਜ਼ਾਰ। ਹੈ ਫਰੀਦ, ਸਵੇਰਾ ਹੋ ਗਿਆ, ਉਠ, ਸੁਬਹ ਅੰਮ੍ਰਿਤ ਵੇਲਾ ਹੋ ਗਿਆ। ਊਜੂ ਸਾਜ, ਊਜੂ ਸ਼ਬਦ ਵਜੂ ਤੋਂ ਬਣਿਆ, ਵਾਵੇ ਤੋਂ ਊੜਾ ਬਣ ਗਿਆ ਪੰਜਾਬੀ ਵਿੱਚ। ਊਜੂ ਦਾ ਮਤਲਬ ਹੁੰਦਾ ਹੈ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਆਪਣੇ ਵਿੱਚ 5 ਇਸ਼ਨਾਨਾ, ਮੂੰਹ, ਹੱਥ ਤੇ ਪੈਰ ਧੋਣੇ, ਇਹਨੂੰ ਕਹਿੰਦੇ ਊਜੂ ਕਰਨਾ। ਅਰਬ ਦੇਸ਼ ਦੇ ਵਿੱਚ ਉਧਰ ਪਾਣੀ ਦੀ ਕਮੀ ਹੁੰਦੀ ਸੀ, ਇਸ ਕਰਕੇ ਬਹੁਤੇ 5 ਇਸ਼ਨਾਨਾ ਕਰਦੇ ਸੀ। ਹੱਥ ਪੈਰ ਧੋਣੇ, ਇਹ ਸਫਾਈ ਏ। ਇਹਦੀ ਗੱਲ ਬਾਬਾ ਫਰੀਦ ਸਾਹਿਬ ਵੀ ਕਰ ਰਹੇ ਨੇ। ਉੱਥੇ ਪਾਣੀ ਨਹੀਂ ਸੀ ਤਾਂ ਵੀ ਉਹ 5 ਇਸ਼ਨਾਨਾ ਕਰਦੇ ਸੀ। ਆਪਣੇ ਵਾਲੇ ਤੇ ਹੁਣ ਕਹਿੰਦੇ ਹੱਥ ਨਹੀਂ ਧੋਣੇ, ਜੇ ਤੁਸੀਂ ਹੱਥ ਧੋ ਲਏ ਤੇ ਪੰਡਤ ਬਣ ਜਾਓਗੇ, ਕਰਮਕਾਂਡ ਬਣ ਜਾਏ। ਇਹ ਨਾ ਸਮਝੀਆਂ ਨੇ,
ਇਹ ਲੋਕਾਂ ਦੇ ਵਿੱਚ ਦੁਬਿਧਾ ਪਾਉਣ ਵਾਲੀ ਗੱਲ ਹੈ। ਸਫਾਈ ਪਵਿੱਤਰਤਾ ਇਹ ਬੜੀ ਜ਼ਰੂਰੀ ਹੈ ਹਰ ਇੱਕ ਲਾਈਨ ਦੇ ਵਿੱਚ। ਤਾਂ ਕਹਿੰਦੇ ਉੱਠ ਫਰੀਦਾ ਊਜੂ ਸਾਜ ਸੁਬਹ ਨਿਵਾਜ਼ ਗੁਜ਼ਾਰ, ਸਵੇਰ ਦੀ ਨਮਾਜ਼ ਪੜ੍ਹ, ਪਰਮਾਤਮਾ ਦੀ ਬੰਦਗੀ ਕਰ, ਪਰਮੇਸ਼ਰ ਦਾ ਭਜਨ ਕਰ। ਅੱਗੇ ਇੱਕ ਬਚਨ ਕਹਿ ਦਿੱਤਾ, ਕਹਿੰਦੇ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਬਾਬਾ ਫਰੀਦ ਜੀ ਨੂੰ ਆਪਾਂ ਸ਼ੱਕਰਗੰਜ ਕਹਿੰਦੇ ਆ, ਪਰ ਜਦੋਂ ਤਲਵਾਰ ਕੱਢਦੇ ਨਾ ਫਿਰ ਪਹਿਲਾਂ ਸਿੱਧੀ ਗਰਦਨ ਤੇ ਪਾਉਂਦੇ ਨੇ, ਹੋਰ ਕਿਤੇ ਨਹੀਂ ਵੀ ਹੱਥ ਪੈਰ ਲਾ ਦਈਏ। ਹੱਥ ਪੈਰ ਤੇ ਕੰਮ ਖਲੋਂਦਾ ਨਹੀਂ। ਕਹਿੰਦੇ ਜੇ ਤੂੰ ਭਗਤੀ ਨਹੀਂ ਕਰਦਾ, ਬੰਦਗੀ ਨਹੀਂ ਕਰਦਾ, ਜਿਹੜਾ ਸਿਰ ਭਗਤੀ ਨਾ ਕਰੇ ਉਹਦੇ ਵਾਸਤੇ ਕੀ ਕਰਨਾ ਚਾਹੀਦਾ? ਜੋ ਸਿਰ ਸਾਈਂ ਨਾ ਨਿਵੈ, ਜਿਹੜਾ ਸਿਰ ਅਕਾਲ ਪੁਰਖ ਅੱਗੇ ਨਹੀਂ ਝੁਕਦਾ, ਨਿਤਨੇਮ ਨਹੀਂ ਕਰਦਾ, ਬੰਦਗੀ ਨਹੀਂ ਕਰਦਾ, ਨਮਾਜ਼ ਨਹੀਂ ਪੜ੍ਹਦਾ, ਉਹਦੇ ਬਾਰੇ ਕੀ ਕਰਨਾ ਚਾਹੀਦਾ? ਸੋ ਸਿਰ ਕੱਪ ਉਤਾਰ। ਕੱਪ ਦਾ ਮਤਲਬ ਹੈ ਕੱਪ ਕੇ ਇੱਕ ਝਟਕੇ ਵਿੱਚ ਵੱਢ ਦੇਣਾ। ਉਸ ਸਿਰ ਨੂੰ ਵੱਢ ਦੇਣਾ ਚਾਹੀਦਾ ਹੈ। ਉਸ ਸਿਰ ਨੂੰ। ਹੁਣ ਦੱਸੋ ਇੱਥੇ, ਹੁਣ ਕਈ ਬੰਦੇ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ, ਉਹ ਪਹਿਲੇ ਗੁਰੂਆਂ ਨੂੰ ਮੰਨ ਲੈਂਦੇ ਆ। ਗੁਰੂ ਗੋਬਿੰਦ ਸਿੰਘ ਨੇ ਤੇ ਤਲਵਾਰ ਕੱਢੀ ਸੀ। ਗੁਰੂ ਗੋਬਿੰਦ ਸਿੰਘ ਨੇ ਤਲਵਾਰ ਤਾਂ ਕੱਢੀ ਸੀ ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਉਹਨੂੰ ਲਾਗੂ ਕਰਾਉਣਾ ਸੀ। ਬਾਬਾ ਫਰੀਦ ਤੇ ਗੁਰੂ ਗੋਬਿੰਦ ਸਿੰਘ ਇੱਕੋ ਵਿਚਾਰਧਾਰਾ ਦੇ ਮਾਲਕ ਨੇ। ਬਾਬਾ ਫਰੀਦ ਜੀ ਕਹਿੰਦੇ ਨੇ ਵੀ ਸਿਰ ਵੱਢ ਦੇ ਜਿਹੜਾ ਧਰਮ ਅਨੁਸਾਰ ਨਹੀਂ ਚੱਲਦਾ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਬਾਬੇ ਫਰੀਦ ਦਾ ਟਾਈਮ ਨਹੀਂ ਲੱਗਾ ਤੇ ਮੈਂ ਹੁਣ ਲਾਉਣੇ ਨੇ। ਇੱਕੋ ਵਿਚਾਰਧਾਰਾ ਹੈ ਨਾ, ਕਿੱਥੇ ਕਹਾਂਗੇ ਵਿਚਾਰਧਾਰਾ ਵੱਖਰੀ ਹੈ? ਬਈ ਬਾਬੇ ਫਰੀਦ ਦਾ ਟਾਈਮ ਨਹੀਂ ਲੱਗਾ ਲਾਉਣ ਦਾ, ਉਹ ਕਹਿ ਕੇ ਗਏ ਨੇ, ਤੇ ਹੁਣ ਮੈਂ ਚੁੱਕਣੀ ਤਲਵਾਰ ਤੇ ਲਾਉਣੇ ਨੇ ਉਹ ਸਿਰ ਜਿਹੜੇ ਧਰਮ ਅਨੁਸਾਰ ਨਹੀਂ ਚੱਲਦੇ। ਸੋ ਸਿਰ ਕੱਪ ਉਤਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ। ਜਿਹੜਾ ਸਿਰ ਪਰਮੇਸ਼ਰ ਦੇ ਅੱਗੇ ਨਹੀਂ ਝੁਕਦਾ, ਮਤਲਬ ਧਰਮ ਅਨੁਸਾਰ ਨਹੀਂ ਚੱਲਦਾ, ਉਹਦਾ ਕੀ ਕਰਨਾ ਚਾਹੀਦਾ ਹੈ? ਭਾਵ ਉਹ ਕਿਹੜੇ ਕੰਮ ਦਾ ਹੈ ਜਾਂ ਉਹਦੇ ਨਾਲ ਕੀ ਸਲੂਕ ਕਰਨਾ ਚਾਹੀਦਾ ਹੈ? ਉਹ ਅੱਗੇ ਦੱਸ ਰਹੇ ਨੇ, ਕਹਿੰਦੇ ਕੁੰਨੇ ਹੇਠ ਜਲਾਈਐ ਬਾਲਣ ਸੰਧੈ ਥਾਏ। ਕੁੰਨੇ ਦਾ ਅਰਥ ਹੈ ਉਹ ਭਾਂਡਾ ਜਿਹਦੇ ਵਿੱਚ ਪੁਰਾਣੇ ਸਮੇਂ ਵਿੱਚ ਲੱਕੜ ਦੇ ਭਾਂਡੇ ਵਿੱਚ ਸਬਜ਼ੀ ਬਣਾਉਂਦੇ ਸੀ। ਕੁੰਨੇ, ਕੁੰਨਾ ਜਿਹੜਾ ਕੁੱਜਾ, ਕੁੰਨੇ ਦਾ ਅਰਥ ਹੈ ਕੁੱਜਾ। ਉਹ ਬਰਤਨ, ਉਹ ਭਾਂਡਾ ਜਿਹੜਾ ਮਿੱਟੀ ਦਾ ਬਣਿਆ ਹੁੰਦਾ ਸੀ, ਜਾਂ ਇਹਨੂੰ ਹੁਣ ਉਹ ਲਫ਼ਜ਼ ਸਮਝੇ ਨਹੀਂ ਜਾਣੇ, ਮੈਂ ਕਹਿ ਦਿਆਂ ਕਾੜਨੀ। ਹੁਣ ਕਾੜਨੀ ਰਹਿ ਨਹੀਂ ਗਈ। ਕਾੜਨੀ ਦਾ ਮਤਲਬ ਹੁੰਦਾ ਸੀ ਵੀ ਥੱਲੇ ਉਹਦੇ ਮਲੀ ਪਾ ਕੇ ਨਾ, ਉਹ ਮਲੀ ਸ਼ਬਦ ਵੀ ਬਾਬੇ ਫਰੀਦ ਦੀ ਬੋਲੀ ਵਿੱਚ ਆਉਣਾ ਹੈ। ਅਸਲ ਵਿੱਚ ਪੰਜਾਬੀ ਹੈ ਹੀ ਸਾਧ ਸੰਗਤ ਜੀ ਪਾਕਿਸਤਾਨ ਦੇ ਜਿਹੜੇ ਜ਼ਿਲ੍ਹੇ ਨੇ ਨਾ ਜਿੱਥੇ ਬਾਬਾ ਫਰੀਦ ਹੋਏ ਨੇ, ਪੰਜਾਬੀ ਦਾ ਸੰਬੰਧ ਉਧਰ ਜਿਹੜਾ ਮਾਝਾ ਰਹਿ ਗਿਆ ਉਹਦੇ ਨਾਲ ਹੀ ਸੰਬੰਧ ਹੈ ਪੰਜਾਬੀ ਦਾ। ਉੱਥੋਂ ਪੰਜਾਬੀ ਚੱਲੀ ਹੈ, ਪੰਜਾਬੀ ਉੱਥੋਂ ਸ਼ੁਰੂ ਹੋਈ। ਉੱਥੇ ਕਹਿੰਦੇ ਮਾਲਹੀ ਧੁੱਖਾਂ ਜਿਉ ਮਾਲਹੀ, ਅੱਗੇ ਸ਼ਲੋਕ ਆਏਗਾ, ਕਾਰਨ ਤਿੰਨਾ ਮਾਂ ਫਿਰੀ। ਉਹ ਜਿਹੜੀ ਮਲੀ ਪਾਈ ਜਾਂਦੀ ਹੈ ਨਾ ਭਾਂਡੇ ਦੇ ਥੱਲੇ, ਕੁੰਨੇ ਹੇਠ ਜਲਾਈ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਸਿਰ ਬੰਦਗੀ ਨਹੀਂ ਕਰਦਾ, ਜਿਹੜਾ ਮਨੁੱਖ, ਉਹਦਾ ਕੀ ਕਰਨਾ? ਐਵੇਂ ਦੁਨੀਆ ਦੇ ਵਿੱਚ ਟ੍ਰੈਫਿਕ ਵਧਾ ਕੇ ਫਿਰਦਾ, ਜਾਮ ਲੱਗ ਜਾਂਦੇ ਨੇ, ਕੀ ਕਰਨਾ ਚਾਹੀਦਾ? ਕਹਿੰਦੇ ਉਹਦਾ ਸਿਰ ਵੱਢ ਕੇ ਨਾ ਤੇ ਕੁਹਾੜਾ ਲੈ ਕੇ 5-7 ਟੁਕੜੇ ਕਰਕੇ ਤੇ ਕੋਠੇ ਤੇ ਸੁੱਕਣੇ ਪਾ ਦੇਣਾ ਚਾਹੀਦਾ। ਇਹ ਮੈਂ ਉਹਦਾ ਵਿਸਤਾਰ ਕਰ ਰਿਹਾ, ਕਿਤੇ ਕਹੋ ਵੀ ਕਿੱਥੇ ਲਿਖਿਆ ਸੁੱਕਣੇ ਪਾ ਦਈਏ। ਉਹ ਮੈਂ ਤਾਂ ਕਹਿ ਰਿਹਾ ਬਈ ਬਲਦਾ ਤਾਂ ਇਹ ਜੇ ਕੋਈ ਚੀਜ਼ ਸੁੱਕ ਜਾਏ, ਤੇ ਗਿੱਲੀ ਨੂੰ ਥੋੜਾ ਜਿਹਾ ਟਾਈਮ ਲੱਗਦਾ। ਹੁਣ ਕਹਿਣਗੇ ਜੀ ਲਿਖਿਆ ਕਿੱਥੇ? ਵਿਸਤਾਰ ਹੈ ਗੁਰਬਾਣੀ ਦਾ, ਬੜਾ ਵਿਸਤਾਰ ਹੈ। ਇਹ ਗੁਰਬਾਣੀ ਦਾ ਵਿਸਤਾਰ ਹੈ ਵੀ ਉਹਦੇ ਸਿਰ ਨੂੰ ਵੱਢ ਕੇ ਚੰਗੀ ਤਰ੍ਹਾਂ ਬਾਲਣ ਵਾਂਗੂ ਸੁਕਾ ਲੈਣਾ ਚਾਹੀਦਾ। ਬਾਲਣ ਸੁੱਕਾ ਹੀ ਹੁੰਦਾ ਨਾ ਜਿਹੜਾ ਚੁੱਲ੍ਹ ਦੇ ਥੱਲੇ ਲਾਉਂਦੇ ਆ। ਕੁੰਨੇ ਹੇਠ ਜਲਾਈਐ, ਉਸ ਭਾਂਡੇ ਦੇ ਥੱਲੇ ਬਾਲ ਦੇਣਾ ਚਾਹੀਦਾ ਉਸ ਸਿਰ ਨੂੰ। ਬਾਲਣ ਸੰਧੈ ਥਾਏ, ਬਾਲਣ ਦੀ ਥਾਂ ਤੇ, ਲੱਕੜਾਂ ਦੀ ਥਾਂ ਤੇ। ਫਰੀਦਾ ਕਿੱਥੈ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਏ।
फिर उत्थे आ गए ने जिहड़ी असली दवाई है बाबे फरीद कोल, मौत। वो कहंदे वो गाफल, वो सारा दिन चुगलियां करन वाले आ, झूठ बोल बोल के फरेब कर कर के पैसे इकट्ठे करन वाले आ। तेरे दादे ने भी बड़े इकट्ठे किए सन, तेरे पड़दादे ने भी बड़े इकट्ठे किए सन, दस हो किधर चले गए ने। ये गया सारा कुछ उन्हां दे नाल। हाँ, धर्म की किरत करनी माड़ी नहीं, सच दे मार्ग ते तुर के तुरना, काम करना, आर्थिक तौर ते सफल होना माड़ा नहीं। पर जदों किसी का खून पीना है ਉਹਦੀ ਗੱਲ कर रहे हैं। इत्थे कह रहे ने फरीदा कित्थे तैंडे मापिया, कित्थे गए ने तेरे माता ते पिता, जिन्नी तू जने होए जिन्हां ने तेनू जन्म दिता सी। तैं पासों ओए लद गए, तू अजय ना पतीने ओहे। तैं पासों ओए लद गए, सिद्धी पंजाबी है। हुण किते किते बोलते ने फलाना लद गया है, जिवें आपां कहने भी ਉਹਦੀ मौत हो गई है। जदों सिद्धी पंजाबी विच पिंडां विच गल कीती जांदी सी ना, हुण भी किते किते है। वो बजुर्ग कहंदे फलाना कहंदे करतार सिंह लद गया जी, लद गया दा मतलब चले गए। तैं पासों वो लद गए, तेरे कोलों ही वो चले गए ने, तू आप ही उन्हां नूं नवाया है, तू आप ही उन्हां नूं अर्थी ते पाया है, ते तू आप ही हत्थ विच अग लैके उन्हां नूं लाई है। तैं पासों वो लद गए, पर तू अजय ना पतीने होए, पर तेनू अजे भी होश नहीं आई। तू फिर भुल गया, तेनू पता नहीं लगा भी हुण नहीं झूठ ते जीवन जिउणा, हुण गुरु की मत धारण करनी है। पर मनुख भुल जाता है, दूर जाके भुले वखरी गल है। मैं शमशान घाट दे विच उधरों संस्कार हुंदा है ते उधरों वोटां दीयां गल्लां करी जांदे। उन्ना टाइम भी नहीं याद रखते, बाहर जाके तो किन्ने याद रखना। कहंदे तू अजय ना पतीने होए, तू अजे भी संतुष्ट नहीं होया। फिर कहंदे फरीदा मन मैदान कर, टोए टिब्बे लाहे। कहंदे अपने मन नूं जे तू आनंद विच जाना है ना, ते मैदान, मैदान दा मतलब सवारा करना। टोए टिब्बे का मतलब जिवें जमीन कितों नीवी हुंदी है, उहनूं कहंदे टोए, टिब्बे का मतलब उच्ची। कहंदे तेरे मन विच जिहड़ियां दो बिरतियां ने, इत्थे ध्यान देना। ते टोए टिब्बे का मतलब की है? टोयां का मतलब है हीन भावना, भी मैं तो कुछ कर ही नहीं सकता जी, मैं तो कमजोर ही बड़ा, मेरे तो कुछ हो ही नहीं सकता। नहीं, ये निमरता नहीं है, ध्यान रखना। सिख नूं शक्ति दिती गुरु साहब ने, स्वैमान दिता। निमरता तां दिती कि स्वैमान करदा करदा हंकारी ना हो जाए। इत्थे कह रहे ने मन नूं मैदान कर दे, ते टिब्बे दा मतलब है मेरे वर्गा है ही कोई नहीं, हंकारी होना। कहन लगे ना हंकार करया कर, ते ना अपने आप नूं माड़ा समझिया कर, विचकार आ जा, चढ़दी कला विच रिहा कर, मिक्स जीवन बना अपना। मन मैदान कर, सवारा कर दे, मन दे विंग वल कढ़ दे। टोए टिब्बे लाहे, ये टोए ते टिब्बे छड़ दे। अगे मूल न आवसी, दोजक संधी पाहे। जे तू इस तरह मन नूं सीधा करके बंदगी कीती, तां अगे आउण वाली दुनिया दे विच, आउण वाले देश दे विच, हुण तां कहंदे परलोक हुंदा ही नहीं जी, इत्थे ही सारा कुछ। ये नवां नवां ज्ञान हुण साडे विच पणपिआ। पहिलां लोग पढ़दे हुंदे सी, किते 10-20 साल लाउंदे सी, ते उन्हां दे उस्ताद वेख लैंदे सी भी हुण ये ज्ञान नूं समझण जोगा हो गया, ते हुण तूं स्टेज ते बहो। तां हुण की होया? ज्ञान एक अग है, अखरी ज्ञान एक अग्नि है। ते आप जी नूं पता है, जे अग कमले बंदे दे हत्थ विच आ जाए की करेगा? जिहदा दिमाग काम नहीं करता, कमले बंदे दे हत्थ विच बस उन्हें अग लाउणी शुरू कर देनी, कदी किते चंगियारी वगा, कदी किते वगा। उन्हें अपना पागलपन अग ला देनी सारे थां। सियाणा बंदा अग नूं संभाल के रखेगा। जिहड़े धार्मिक ग्रंथ ने ना,
ਇਹਨਾਂ ਦੇ ਵਿੱਚ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਸਾਡੇ ਲੈਵਲ ਦੀਆਂ ਨਹੀਂ, ਤੇ ਬਿਨਾਂ ਪੜਨ ਤੋਂ ਬਿਨਾਂ ਸੰਗਤ ਕਰਨ ਤੋਂ ਕਹਿੰਦੇ ਅਸੀਂ ਤੇ ਹੁਣ ਵਿੱਚੋਂ ਕੱਢ ਕੱਢ ਕੇ ਵਿਖਾਵਾਂਗੇ ਜੀ ਕੀ ਲਿਖਿਆ ਹੋਇਆ ਤੁਹਾਡੇ ਗ੍ਰੰਥਾਂ ਵਿੱਚ। ਇਹ ਕੀ ਹੈ? ਕੀ ਵਿਖਾਓਗੇ ਕੱਢ ਕੇ? ਕਮਲੇ ਦੇ ਹੱਥ ਵਿੱਚ ਅੱਗ ਆ ਗਈ ਹੈ। ਉਹਨਾਂ ਦੇ ਭਾਵ ਅਰਥ ਇੰਨੀ ਸਮਝ ਨਹੀਂ ਆਉਂਦੇ ਵੀ ਉਹ ਗੱਲਾਂ ਕਿਵੇਂ ਲਿਖੀਆਂ ਨੇ। ਚਲੋ ਮੰਨਦੇ ਆ ਕੁਝ ਗੱਲਾਂ ਇੱਕ ਇਹ ਇਤਿਹਾਸਕ ਗ੍ਰੰਥ ਨੇ, ਇਹਨਾਂ ਵਿੱਚ ਗੱਲਾਂ ਆ ਸਕਦੀਆਂ ਨੇ, ਕੋਈ ਬੰਦਾ ਆਪਣੇ ਵੱਲੋਂ ਪਾ ਸਕਦਾ ਕੁਝ ਨਾ ਕੁਝ। ਪਰ ਕੀ ਤੁਹਾਡੀ ਡਿਊਟੀ ਲੱਗ ਗਈ ਵੀ ਤੁਸੀਂ ਉਹ ਹੀ ਪੰਨਾ ਕੱਢ ਕੇ ਸੰਗਤ ਵਿੱਚ ਲਿਆਉਣਾ ਜਿਹੜਾ ਦੁਬਦਾ ਪਾਉਂਦਾ? ਇੰਨੇ ਚਿਰ ਦੇ ਲੋਕ ਕਥਾ ਕਰਦੇ ਨੇ ਪਏ, ਸਿਆਣੇ ਬੰਦੇ ਕਥਾ ਕਰ ਰਹੇ ਨੇ ਵੀ ਜਿਹੜੀ ਗੱਲ ਅੱਗੇ ਲੰਘਾ ਦਿਓ। ਉਹ ਕਿਹੜਾ ਗੁਰੂ ਹੈ? ਇਹਦੇ ਇਤਿਹਾਸਕ ਗ੍ਰੰਥ ਨੇ, ਛੱਡ ਦਿਓ। ਨਹੀਂ ਸਮਝ ਆਉਂਦੀ, ਛੱਡ ਦਿਓ ਉਹਨੂੰ। ਪਰ ਲੱਭ ਕੇ ਵਿੱਚੋਂ ਲੱਭ ਕੇ ਇਹਦਾ ਅਰਥ ਹੈ ਕਮਲੇ ਬੰਦੇ ਦੇ ਹੱਥ ਵਿੱਚ ਆ ਗਈ ਅੱਗ, ਤੇ ਹੁਣ ਜਾਂ ਤੇ ਉਹਨੂੰ ਦਵਾਈ ਮਿਲੇ ਤੇ ਜਾਂ ਉਹ ਅੱਗ ਨਾ ਆਵੇ ਉਹਦੇ ਹੱਥ ਵਿੱਚ। ਦੋ ਹੀ ਗੱਲਾਂ ਨੇ, ਹੋਰ ਤੇ ਇਲਾਜ ਕੋਈ ਨਹੀਂ, ਤੇ ਅੱਗ ਲਾਏਗਾ ਨਹੀਂ ਤੇ। ਤਾਂ ਇੱਥੇ ਇਹ ਭਾਵ ਸੀ ਵੀ ਜਿਹੜਾ ਧਰਮ ਦੀ ਵਿਦਿਆ ਬੜੀ ਮਹਿੰਗੀ ਵਿਦਿਆ ਸੀ। ਇਹ ਸਿੱਧੀ ਨਹੀਂ ਵੀ ਤੁਸੀਂ ਕਿਤਾਬ ਵਿੱਚ ਪੜ੍ਹੋ ਤੇ ਸੁਣਾਉਣ ਲੱਗ ਪਓ। ਇਹ ਤਾਂ ਕਿਤੇ ਸੰਗਤ ਕਰ ਕਰਕੇ ਸਮਝ ਕੇ, ਹਾਂ ਜੇ ਸਿੱਧਾ ਵੀ ਪੜ੍ਹਨਾ ਹੈ ਉਹ ਇੱਕ ਕੈਟਾਗਰੀ ਹੈ, ਸਿੱਧਾ ਪੜ੍ਹਨਾ ਹੈ ਤੇ ਉਹਦਾ ਇੱਕ ਨਿਯਮ ਹੈ ਕਿ ਜਿਹਦੀ ਸਮਝ ਆਉਂਦੀ ਏ ਪੂਰਾ ਕਲੀਅਰ ਹੁੰਦਾ ਹੈ ਉਹ ਬੋਲ ਦਿਓ, ਜਿਹਦੀ ਸਮਝ ਨਹੀਂ ਆਉਂਦੀ ਉਹਨੂੰ ਬੰਦ ਕਰ ਦਿਓ। ਉਹ ਤੁਹਾਡੇ ਵੱਸ ਦਾ ਕੰਮ ਨਹੀਂ। ਇਹ ਤਰੀਕਾ ਹੈ ਉਹ ਵੀ। ਪਰ ਅਸੀਂ ਕਹਿੰਦੇ ਹਾਂ ਅਸੀਂ ਉਹ ਹੀ ਫੁੱਲਣਾ ਹੈ ਜਿਹਦੇ ਨਾਲ ਬਸ ਸੁਰਖੀਆਂ 'ਚ ਰਹੀਏ, ਬਸ ਸਾਡਾ ਕੰਮ ਹੀ ਹੋ ਗਿਆ। ਇਸ ਲਈ ਬਾਬਾ ਫਰੀਦ ਸਾਹਿਬ ਕਹਿੰਦੇ ਅੱਗਾ ਵੀ ਹੈ, ਅੱਗੇ ਮੂਲ ਨਾ ਆਵਸੀ। ਆਉਣ ਵਾਲੇ ਸਮੇਂ ਦੇ ਵਿੱਚ ਤੇਰੇ ਅੱਗੇ ਨਹੀਂ ਆਵੇਗਾ ਕਿ ਦੋਜਕ, ਦੁੱਖ ਦੀ ਅੱਗ, ਨਰਕਾਂ ਦੀ ਅੱਗ ਜਿਹੜੀ ਭਾਹੇ ਮੈਨੇ ਅਗਨੀ ਹੈ। ਮਹੱਲਾ ਪੰਜਵਾਂ। ਫਰੀਦਾ ਖਾਲਕ ਖਲਕ ਮਹਿ, ਖਲਕ ਵਸੈ ਰੱਬ ਮਾਹੇ। ਇਹ ਬਾਬਾ ਫਰੀਦ ਜੀ ਦੇ ਨਾਲ ਸੰਬੰਧਿਤ ਕਰਕੇ ਗੁਰੂ ਅਰਜਨ ਦੇਵ ਜੀ ਨੇ ਸ਼ਲੋਕ ਵਿੱਚ ਪਾਇਆ, ਲਿਖਿਆ। ਉਹ ਕਹਿੰਦੇ ਨੇ ਹੁਣ ਨਾਲ ਆ ਵੀ ਥੋੜੀ ਜੀ ਦਵਾਈ ਖਾ ਕਿ ਇਸ ਸਾਰੀ ਖਲਕਤ ਦੇ ਵਿੱਚੋਂ ਪਰਮੇਸ਼ਰ ਦੇ ਦਰਸ਼ਨ ਕਰਿਆ ਕਰ। ਖਾਲਕ ਦਾ ਮਤਲਬ ਪਰਮੇਸ਼ਰ, ਅਕਾਲ ਪੁਰਖ। ਖਲਕ ਆ ਸਾਰੀ ਸ੍ਰਿਸ਼ਟੀ, ਸਾਰੇ ਲੋਕ। ਖਲਕ ਵਸੈ ਰੱਬ ਮਾਹੇ, ਤੇ ਸਾਰੀ ਦੁਨੀਆ ਪਰਮੇਸ਼ਰ ਦਾ ਹੀ ਰੂਪ ਹੈ। ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾਹੇ। ਤੂੰ ਦੱਸ ਵੀ ਮਾੜਾ ਕਿਹਨੂੰ ਕਹਿਣਾ ਹੈ? ਅਕਾਲ ਪੁਰਖ ਤੋਂ ਬਿਨਾ ਹੋਰ ਕੋਈ ਵੀ ਨਹੀਂ ਹੈ। ਉਹ ਇੱਕ ਹੀ ਸਾਰਿਆਂ ਵਿੱਚ ਵਸਦਾ ਹੈ। ਫਰੀਦਾ ਜੇ ਦੇਹ ਨਾਲਾ ਕੱਪਿਆ, ਜੇ ਗਲ ਕੱਪੈ ਚੁਖ। ਪਵਨ ਨਾ ਇਤੀ ਮਾਮਲੇ, ਸਾਹ ਨਾ ਇਤੀ ਦੁੱਖ। ਇਹ ਸ਼ਲੋਕ ਸਮਝਣ ਵਾਲਾ ਥੋੜਾ ਜਿਹਾ। ਫਰੀਦ ਜੀ ਨੇ ਇੱਕ ਬਚਨ ਕਿਹਾ ਹੈ ਕਿ ਜਿੱਦਣ ਜਨਮ ਹੁੰਦਾ ਹੈ ਨਾ ਬੱਚੇ ਦਾ, ਜਿੱਦਣ ਸਾਡਾ ਜਨਮ ਹੋਇਆ ਸਾਰਿਆਂ ਦਾ ਇਸ ਤਰ੍ਹਾਂ ਹੁੰਦਾ, ਉਦਣ ਜਿਹੜੀ ਸਾਡੀ ਨਾਭੀ ਹੈ ਨਾ, ਜਿਹੜੀ ਧੁਨੀ ਹੈ, ਇਸ ਧੁਨੀ ਦੇ ਨਾਲ ਇੱਕ ਮਾਸ ਦਾ ਕਨੈਕਸ਼ਨ ਮਾਂ ਦੇ ਸਰੀਰ ਨਾਲ ਹੁੰਦਾ, ਜਿੱਥੋਂ ਬੱਚਾ ਸਾਰੀ ਖੁਰਾਕ ਲੈਂਦਾ ਹੈ ਜਨਮ ਤੋਂ ਪਹਿਲਾਂ। ਉਹ ਜਦੋਂ ਜਨਮ ਹੁੰਦਾ ਹੈ ਨਾ, ਤੇ ਉਹ ਜਿਹੜੀ ਦਾਈ ਉਹ ਨਾੜੂ, ਉਹਨੂੰ ਨਾੜੂ ਕਹਿੰਦੇ ਸੀ, ਨਾੜੂ, ਉਹ ਕੱਟ ਦਿੰਦੀ ਉਹਨੂੰ। ਹੁਣ ਡਾਕਟਰ ਕੱਟ ਦਿੰਦੇ ਨੇ, ਹੁਣ ਵੀ ਹੁੰਦਾ। ਆਪਣੀ ਨਾਭੀ ਤੇ ਆਪਣੀ ਧੁਨੀ ਤੇ ਲੱਗਾ ਹੁੰਦਾ ਜਦੋਂ ਬੱਚਾ ਜਨਮ ਲੈਂਦਾ। ਫਰੀਦ ਜੀ ਕਹਿੰਦੇ ਨੇ ਕਿ ਜਿੱਦਣ ਜਨਮ ਹੋਇਆ ਸੀ ਤੇ ਉਦਣ ਜੇ ਚੰਗਾ ਕਰਦੀ ਉਹ ਦਾਈ ਜਿਹੜੀ ਹੈ, ਨਾਲਾ ਕੱਟਣ ਦੀ ਬਜਾਏ ਜੇ ਗਲਾ ਕੱਟ ਦਿੰਦੀ ਚੰਗਾ ਸੀ। ਫਰੀਦਾ ਜਿਹੇ ਦੇਹ ਨਾਲਾ ਕੱਪਿਆ, ਜਿੱਦਣ ਉਹ ਨਾੜੂ ਕੱਟਿਆ ਸੀ। ਜੇ ਗਲ ਕੱਪਹਿ ਚੁੱਖ, ਚੁੱਖ ਦਾ ਮਤਲਬ ਜਲਦੀ ਜਲਦੀ। ਜੇ ਤੂੰ ਉਹਦੀ ਥਾਂ ਤੇ ਗਲਾ ਹੀ ਕੱਟ ਦਿੰਦੀ ਤਾਂ ਫਾਇਦਾ ਹੋ ਜਾਣਾ ਸੀ। ਕਿਹੜਾ? ਪਵਨ ਨਾ ਇਤੀ ਮਾਮਲੇ, ਆ ਇੰਨੇ ਪੁਆੜੇ ਨਾ ਪੈਂਦੇ। ਸਾਹ ਨਾ ਇਤੀ ਦੁੱਖ, ਤੇ ਨਾ ਇੰਨੇ ਦੁੱਖ ਸਹਿਣੇ ਪੈਂਦੇ। ਇਹ ਸ਼ਲੋਕ ਕਿਹਦੇ ਵਾਸਤੇ ਆ? ਇਸ ਸ਼ਲੋਕ ਨੂੰ ਜੇ ਸਿੱਧਾ ਪੜੋਗੇ ਤੇ ਇੰਜ ਲੱਗੇਗਾ ਵੀ ਦੁਨੀਆ ਕੁਝ ਨਹੀਂ, ਵੀ ਜਿਉਂਦੇ ਹੀ ਮਰ ਜਾਓ। ਨਹੀਂ, ਇਹ ਸ਼ਲੋਕ ਉਸ ਕਮਲੇ ਵਾਸਤੇ ਹੀ ਜਿਹਨੇ ਅੱਗ ਫੜੀ ਹੋਈ ਹੈ।
जिन्हें दुनिया में अग लाई हुई ना ਉਹਦੇ वास्ते ही है। ये मनमुख वास्ते है, ये भुले हुए बंदे वास्ते, गुरमुख वास्ते नहीं भी वो कहता मेरा गला कट दे, नहीं ਉਹਦੀ ਤੇ उम्र लंबी चाहिए है। ये उस बंदे वास्ते जिन्हें दुनिया विच गंद पाया, जिन्हें दुनिया विच अग लाई है। बाबा फरीद साहब कहते हो दाई किन्ना चंगा हुंदा जिदन जम्मिया सी इहदा गल ला लैंदी, लखां लोक नाल लड़ाउंदा आपस विच। जिदन तू इहदा नाड़ा कट्टिया सी ना, इहदा गला ला देंदी, बड़ा काम सिरे लग जाना सी। क्यों? मनमुख दुनिया विच पवाड़े पाउंदा, वो हल नहीं करदा कोई। पवाड़े ते रहे ने, कंट्रोवर्सी तो रही है शुरू तो, पर उन्होंने आप जे घटा सकने तो उहदे ते काम करिए। जे उन्होंने वधाउणा है फिर की अर्थ है? वो कहते ने इस कमले का गाली कट देंदी दाई जिदन तू इहदा नाड़ू कटिया सी। क्यों? पवन ना इत्ती मामले, ना इन्ने पवाड़े पाउंदा है, सहा ना इत्ती दुख ते ना इन्ने दुख सहने पैंदे। अपने उत्ते ला के वैसे कह रहे ने बाणी दा, ये बाणी दा सिद्धांत गल करनी, गुरु साहब भी अपने ते गल करते भी इन्ने दुख ना सहने पैंदे जिहड़े नाम तो टुटे हुए मनुख ने। फिर कहंदे चबण चलन रतन से सुनियर बह गए। ये भाव अर्थ दशा विच श्लोक उचारिया है। बुढ़ेपे की व्याख्या की है। चबण एक क्रिया दसीए, उस चीज़ का नाम नहीं लिया जिहदे नाल क्रिया हुंदी, अर्थ वो ही ने। चबण का मतलब है चब्बी का काहदे नाल, दाने काहदे नाल चबने आ, दंदां दे नाल। चबण का मतलब है दंद। चलन चली का काहदे नाल, लत्तां नाल, पैरां नाल। रतन, रतन का मतलब है अखां। ये रतन तां कहा भी चमक इन्हां दे विच चमकदियां ने। से सुनियर, सुनियर का अर्थ है जिन्हां नाल सुनिया जांदा है, कन। बह गए, बह गए का मतलब कमजोर हो गए। जिवें आपां पंजाबी विच कहने आ भट्ठा बह गया, कमजोर हो गया, इहदा इंजन बह गया गड्डी दा। कहंदे ने सारी उम्र परमेश्वर नूं भुल के संसार दे कम्मां धंधियां विच भजदियां दंद भी टुट गए। चबण चलन, लत्तां गोडे भी रह गए। रतन अखां दी नज़र घट गई। से सुनियर कन भी बोले हो गए, बह गए। कहंदे हेड़े मुत्ती धाह से जानी चल गए। हेड़े का अर्थ है शरीर, हेड़े का अर्थ है मनुख की सुरती। वो फिर धावा मार मार के रोंदी है भी मेरे साथी ते जवाब दे गए ने। हुण साथी बेचारे करदे की, कोई हिसाब किताब नाल वरते जांदे ते वो भी 4 साल कढ़ जांदे। ज्यों होश संभाली है अन्नेवाह ते वरतों कीती इन्हां दी। किसी मर्यादा विच गल हुंदी तां कोई 4 दिन कढ़ जांदे, पर सत करतार ते बकरा पार, जो सामने आया छड्डिया नहीं। हुणे की करन? वो जवाब दे गए ने। ये दुख दस्या बुढ़ेपे दा। फिर कहंदे फरीदा बुरे दा भला कर, गुस्सा मन ना हंडाए। ये बड़ी वड्डी दवाई दसी बाबे फरीद ने। अज दे दुखां दी सब तो वड्डी दवाई ये है। ਇਹਦੇ ਵਿੱਚ ਇਹ ਵੀ ਦੱਸਿਆ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। ਇਹ ਸ਼ਲੋਕ ਮੈਂ ਇੱਕ ਡਾਕਟਰ ਦੇ ਬਹੁਤ ਵੱਡੇ ਹਸਪੀਟਲ ਜਿੱਥੇ ਉਹ ਬੈਠੇ ਸਨ ਉਹਨਾਂ ਨੇ ਆਪਣੇ ਸਾਹਮਣੇ ਲਾ ਕੇ ਲਿਖਿਆ ਹੋਇਆ ਬਾਬਾ ਫਰੀਦ ਜੀ ਦਾ ਸ਼ਲੋਕ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। मैं पूछया जी ये क्यों? कहते जे आ काम बंदा कर लै तो मेरे को आने की लोड़ ही नहीं रही, शरीर भी बीमार नहीं होगा ते पल्ले सब कुछ बरकत भी बड़ी आ जाएगी। आ 2 अरदासां ही करने ना महाराज के दर ते आपां, एक तो शरीर अरोग रवे, एक बरकत आवे घर विच, माया का काम चले। इस श्लोक विचों अज आपां सिख लईए। बाबा फरीद जी कहंदे एक ते बुरे दा भला करना है, कल्ले भले दा नहीं करना, माड़े दा भी बुरे दा भी बुरा नहीं सोचना, बुरे दा भला कर, बड़ा औखा काम है। एक दूजी गल गुस्सा मन ना हंडाए,
ਮਨ ਵਿੱਚ ਗੁੱਸਾ ਨਹੀਂ ਹੰਡਾਉਣਾ। ਇੱਕ ਹੁੰਦਾ ਗੁੱਸਾ ਐਕਸ਼ਨ ਵਿੱਚ ਆ ਜਾਂਦਾ। ਸਾਨੂੰ ਕਿਸੇ ਨੇ ਕੁਝ ਕਿਹਾ, ਅਸੀਂ ਹੱਥਾਂ ਨਾਲ ਕੁਝ ਕਰ ਦਿੱਤਾ ਜਾਂ ਬੋਲ ਦਿੱਤਾ, ਲੱਗਦਾ ਤੇ ਮਾੜਾ ਹੈ, ਪਰ ਮਨੋਵਿਗਿਆਨਕ ਕਹਿੰਦੇ ਨੇ ਰੋਗ ਬਾਹਰ ਨਿਕਲ ਗਿਆ ਹੈ। ਪਰ ਜੇ ਉਸ ਬੰਦੇ ਦੇ ਕੋਲ ਇਹ ਸਹੂਲਤ ਨਹੀਂ, ਨਾ ਉਹ ਬੋਲ ਸਕਦਾ, ਨਾ ਹੱਥੀਂ ਪੈ ਸਕਦਾ ਹੈ। ਇਹਦਾ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਵੀ ਗਾਲਾਂ ਕੱਢੋ ਤੇ ਹੱਥੀਂ ਪੈ ਜਾਓ, ਮੈਂ ਉਹ ਗੱਲ ਕਰ ਰਿਹਾ ਜਿਹੜੀ ਲਿਖੀ ਹੋਈ ਹੈ। ਮਤਲਬ ਇਹ ਹੈ ਵੀ ਕਹਿੰਦੇ ਗੁੱਸਾ ਕਰ ਹੀ ਨਾ ਤੂੰ, ਜਾਂ ਤੇ ਗੁੱਸਾ ਕਰ ਨਾ, ਤੇ ਫਿਰ ਜੇ ਕਰ ਹੀ ਲਿਆ ਤੇ ਹੰਡਾਈ ਨਾ। ਹੰਡਾਉਣ ਦਾ ਮਤਲਬ ਕੀ ਹੈ? ਆ ਕੱਪੜੇ ਅਸੀਂ ਹੰਡਾਉਂਦੇ ਆ, ਜਿਉਂ ਸਵੇਰੇ ਪਾਏ ਨੇ ਸ਼ਾਮ ਤੱਕ ਨਾਲ ਹੀ ਰਹਿਣੇ ਨੇ। ਗੁੱਸਾ ਆਉਣਾ ਇੱਕ ਸੁਭਾਵਿਕ ਕਿਰਿਆ ਮਨੁੱਖ ਦੀ, ਪਰ ਗੁੱਸਾ ਅੰਦਰ ਰੱਖ ਕੇ ਪੀਂਦੇ ਰਹਿਣਾ ਆਪਣੇ ਆਪ ਨੂੰ, ਸਾਰੀ ਉਮਰ ਲੰਘ ਜਾਣੀ। ਜਿਹਦੇ ਨਾਲ ਕਿਤੇ ਲੜਾਈ ਹੋਈ ਸੀ ਅੱਜ ਤੋਂ 20 ਸਾਲ ਪਹਿਲਾਂ, ਤੇ ਲੰਮੇ ਪੈ ਕੇ ਉਹਨੂੰ ਹੀ ਗਾਲਾਂ ਕੱਢੀ ਜਾਣੀਆਂ ਇਕੱਲੇ ਹੀ। ਇਹਨੂੰ ਕਹਿੰਦੇ ਗੁੱਸਾ ਮੰਨਣਾ। ਇਹ ਗੁੱਸਾ ਹੰਡਾਉਣਾ ਹੈ। ਤੇ ਜਿਹੜਾ ਬੰਦਾ ਗੁੱਸਾ ਹੰਡਾਉਂਦਾ ਹੈ, ਦੁਨੀਆ ਵਿੱਚ ਉਹਦੀ ਕੋਈ ਦਵਾਈ ਨਹੀਂ। ਗੁੱਸਾ ਆਉਣਾ ਸੁਭਾਵਕ ਹੈ। ਆਈ ਗੱਲ ਇੱਥੇ ਪਤਾ ਨਹੀਂ ਕਿੰਨੇ ਕੁ ਆਏ ਨੇ, ਕਿੰਨੇ ਕੁ ਚਲੇ ਗਏ ਨੇ, ਪਰ ਆਪਾਂ ਕਹਿੰਦੇ ਆ ਵੀ ਆਪਾਂ ਭਿੜ ਭਿੜ ਕੇ ਜਿੰਨਾ ਚਿਰ ਸਾਡੇ ਸਿੰਘ ਨਾ ਟੁੱਟ ਗਏ, ਅਸੀਂ ਪਿੱਛੇ ਨਹੀਂ ਹਟਣਾ। ਫਿਰ ਪਿਛਲੀ ਉਮਰੇ ਕਹਿੰਦੇ ਆਓ ਇਕੱਠੇ ਹੋ ਕੇ ਤਾਸ਼ ਖੇਡੀਏ, ਸਾਰੀ ਉਮਰ ਤੇ ਗਲੀਆਂ ਵਿੱਚ ਲੜਦੇ ਹੀ ਰਹੇ। ਹੁਣ ਰਿਹਾ ਹੀ ਨਹੀਂ ਪੱਲੇ ਕੋਈ। ਹੁਣ ਤਾਸ਼ ਖੇਡੋ ਤੇ ਭਾਵੇਂ ਗੁਰਦੁਆਰੇ ਦੀਆਂ ਮੰਜੀਆਂ ਤੋੜੋ, ਗੱਲ ਇੱਕੋ ਹੀ ਹੈ। ਇਹ ਸਾਰੀ ਉਮਰ ਗੁਰੂ ਕੀ ਸਿੱਖਿਆ ਨਹੀਂ ਲਈ। ਇਸ ਲਈ ਕਹਿੰਦੇ ਨੇ ਬਾਬਾ ਫਰੀਦ ਸਾਹਿਬ ਕਹਿੰਦੇ ਮਨ ਵਿੱਚ ਈਰਖਾ ਨਾ ਰੱਖਿਆ ਕਰ। ਮਤਲਬ ਇਹ ਹੈ, ਤੇ ਬੁਰੇ ਦਾ ਭਲਾ ਕਰਿਆ ਕਰ। ਜੇ ਕਰ ਨਹੀਂ ਸਕਦਾ, ਘੱਟੋ ਘੱਟ ਸੋਚਿਆ ਨਾ ਕਰ ਬਈ ਆ ਮਰ ਜਾਏ, ਇਹਨੂੰ ਘਾਟਾ ਪੈ ਜਾਏ, ਇਹਦੇ ਪੱਲੇ ਕੁਝ ਨਾ ਰਵੇ, ਇਹ ਨਾ ਸੋਚਿਆ ਕਰ। ਅੰਦਰੋਂ ਅੰਦਰ ਖੁਸ਼ ਰੱਖਿਆ ਕਰ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਝ ਪਾਏ, ਤੇਰੇ ਘਰ ਵਿੱਚ ਬਰਕਤਾਂ ਆਉਣਗੀਆਂ। ਫਰੀਦਾ ਪੰਖ ਪਰਉ ਹੋਣੀ, ਦੁਣੀ ਸੁਹਾਵਾ ਬਾਗ। ਕਹਿੰਦੇ ਆ ਦੁਨੀਆ ਦਾ ਜਿਹੜਾ ਬਾਗ ਹੈ ਨਾ, ਬੜਾ ਸੋਹਣਾ ਹੈ, ਬੜੇ ਸੋਹਣੇ ਪਦਾਰਥ ਨੇ ਇੱਥੇ, ਪਰ ਜਿਹੜੀ ਇੱਥੇ ਪੰਛੀਆਂ ਦੀ ਡਾਰ ਯਾਨੀ ਕਿ ਮਨੁੱਖ ਬੈਠੇ ਹੋਏ ਨੇ, ਪ੍ਰਾਹੁਣੀ ਹੈ ਇੱਥੇ। ਪ੍ਰਾਹੁਣੀ ਦਾ ਮਤਲਬ ਪਤਾ ਨਹੀਂ ਕੱਲ ਪਰਸੋਂ ਚਲੇ ਜਾਣਾ। ਨੌਬਤ ਵੱਜੀ ਸੁਬਹ ਸਿਉ, ਚੱਲਣ ਕਾ ਕਰ ਸਾਜ। ਕਹਿੰਦੇ ਜਿਵੇਂ ਕੁਝ ਲੋਕ ਕਾਫਲੇ ਤੁਰਦੇ ਸੀ ਨਾ, ਰਾਤ ਸੌਂਦੇ ਸੀ ਤੇ ਸਵੇਰੇ ਨਗਾਰਾ ਵਜਾਉਂਦੇ ਸੀ ਤੇ ਸਾਰੇ ਉੱਠ ਕੇ ਤੁਰਨਾ ਪੈਂਦਾ ਸੀ ਉਦੋਂ। ਕਹਿੰਦੇ ਜਿੱਦਣ ਮੌਤ ਨੇ ਆ ਕੇ ਆਪਣਾ ਢੋਲ ਵਜਾ ਦਿੱਤਾ, ਨੌਬਤ ਸਮਾਂ ਆਪਣਾ ਢੋਲ ਵਜਾ ਹੀ ਰਿਹਾ ਹੈ, ਸਵਾਸ ਜਾ ਰਹੇ ਨੇ। ਚੱਲਣ ਕਾ ਕਰ ਸਾਜ, ਅੱਗੇ ਜਾਣ ਦਾ ਕੋਈ ਸਮਾਨ ਜੋੜ ਲੈ, ਤੂੰ ਤੇ ਇੱਥੇ ਖੁੱਬਿਆ ਪਿਆ। ਕਦੀ ਭਜਨ ਬੰਦਗੀ ਕਰ ਲਿਆ ਕਰ, ਕਦੀ ਸਿਮਰਨ ਕਰਿਆ ਕਰ, ਅੱਗੇ ਵਾਸਤੇ ਵੀ ਕੁਝ ਜੋੜ ਲੈ, ਇਥੋਂ ਵਾਸਤੇ ਤੇ ਬਥੇਰਾ ਤੂੰ ਇਕੱਠਾ ਕਰ ਲਿਆ। ਚੱਲਣ ਕਾ ਕਰ ਸਾਜ। ਫਰੀਦਾ ਰਾਤ ਕਥੂਰੀ ਵੰਡੀਐ, ਸੁਤਿਆਂ ਮਿਲੈ ਨਾ ਭਾਉ। ਇੱਥੇ ਰਾਤ ਦਾ ਅਰਥ ਹੈ ਅੰਮ੍ਰਿਤ ਵੇਲਾ, ਪਿਛਲੀ ਰਾਤ। ਕਹਿੰਦੇ ਅੰਮ੍ਰਿਤ ਵੇਲੇ ਪਰਮਾਤਮਾ ਹਰ ਇੱਕ ਬੰਦੇ ਦੇ ਮੰਜੇ ਦੇ ਸਰਾਣੇ ਆਉਂਦਾ ਤੇ ਕਤੂਰੀ ਵੰਡੀਐ, ਨਾਮ ਦੀ ਕਸਤੂਰੀ ਵੰਡਣ ਆਉਂਦਾ ਹੈ। ਪਰ ਜਦੋਂ ਅਗਲਾ ਸੁੱਤਾ ਹੁੰਦਾ ਨਾ, ਸੁੱਤਿਆਂ ਮਿਲੈ ਨਾ ਭਾਉ, ਉਹਦਾ ਹਿੱਸਾ ਵਾਪਸ ਚਲਾ ਜਾਂਦਾ। ਜਿਵੇਂ ਸਾਡੇ ਨਾਂ ਤੇ ਡੀਪੂ ਵਿੱਚ ਕੋਈ ਸਮਾਨ ਆਉਂਦਾ ਨਾ ਸਰਕਾਰੀ, ਜੇ ਤਾਂ ਕਾਰਡ ਵਿਖਾ ਕੇ ਲੈ ਲਓ ਤੇ ਲੈ ਲਿਆ, ਤੇ ਜੇ ਨਹੀਂ ਜਾਗੇ ਉਹ ਕਹਿੰਦੇ ਵਾਪਸ ਚਲਾ ਗਿਆ। ਰੋਜ਼ ਪਰਮੇਸ਼ਰ ਸਾਡੇ ਸਰਾਣੇ ਤੇ ਆਉਂਦਾ ਅੰਮ੍ਰਿਤ ਵੇਲੇ। ਫਰੀਦਾ ਰਾਤ ਕਤੂਰੀ ਵੰਡੀਐ, ਉਹ ਨਾਮ ਦੀ ਕਸਤੂਰੀ ਲੈ ਕੇ ਰੋਜ਼ ਸਵੇਰੇ ਆਉਂਦਾ, ਸਾਰਿਆਂ ਕੋਲ ਆਉਂਦਾ, ਭਾਵੇਂ ਪਾਪੀ ਭਾਵੇਂ ਪੁੰਨੀ। ਪਰ ਅੱਗੇ ਪਤਾ ਹੀ ਕੋਈ ਨਹੀਂ ਪਿਆ ਕਿੱਥੇ ਹੋਇਆ, ਖਿਲਰਿਆ ਪਿਆ ਸਾਰਾ। ਉਹ ਕਹਿੰਦਾ ਵੀ ਹੁਣ ਦਿਆਂ ਕਿਹਨੂੰ, ਵਾਪਸ ਚਲਾ ਜਾਂਦਾ। ਸੁੱਤਿਆਂ ਮਿਲਿਆ ਨਾ ਭਾਉ, ਜਿਨ੍ਹਾਂ ਨੈਣ ਨੀਂਦਰਾਵਲੇ ਤਿੰਨਾਂ ਮਿਲਣ ਕਵਾਓ। ਜਿਨ੍ਹਾਂ ਦੇ ਜੀਵਨ ਵਿੱਚ ਨੀਂਦ ਹੀ ਇੰਨੀ ਆ ਗਈ, ਸੁੱਤੇ ਪਏ ਨੇ, ਉਹ ਕਿਵੇਂ ਮਿਲ ਸਕਦੇ ਨੇ ਪਰਮੇਸ਼ਰ ਨੂੰ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜਗ। ਫਰੀਦ ਸਾਹਿਬ ਕਹਿੰਦੇ ਨੇ ਦੁੱਖ ਮੈਂ ਸੋਚਿਆ ਸੀ ਮੇਰੇ ਕੋਲ ਹੀ ਏ, ਪਰ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਬਸ ਉਹਨਾਂ ਚਿਰ ਹੀ ਅਗਲਾ ਸੁਖੀ ਲੱਗਦਾ ਜਿੰਨਾ ਚਿਰ ਪੁੱਛੋ ਨਾ। ਜੇ ਪੁੱਛ ਲਿਆ ਉਹਦੇ ਤੋਂ ਡਬਲ ਦੁੱਖ ਮਿਲੇਗਾ।
ये क्यों है? बंदगी तो दूर जाग, सारा जगत उस दुख की अग विच सड़ रहा है, पर उच्चे चढ़ के जदों सुरती उच्ची करके वेखीए ते घर घर ये अग लगी हुई है नाम तो बिना। महला पंजवा फरीदा भूम रंगावली मंझ विसूला बाग। कहंदे ने आ जवानी रूपी जिहड़ी धरती है ये बड़ी रंगली है, पर इहदे विच मंझ विच विसूला ਜ਼ਹਿਰ ਦਾ ਭਰਿਆ ਹੋਇਆ ਬਾਗ, ਵਿਕਾਰਾਂ ਦਾ ਬਾਗ ਲੱਗਾ ਹੋਇਆ। ਪਰ ਸਤਿਗੁਰੂ ਕਹਿੰਦੇ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ। ਫਰੀਦ ਜੀ ਨੇ ਕਿਹਾ ਸੀ ਵੀ ਸਾਰੇ ਥਾਵਾਂ ਤੇ ਦੁੱਖ ਦੀ ਅੱਗ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਹਦਾ ਖੁਲਾਸਾ ਕਰ ਦਿੱਤਾ ਵੀ ਕਿਤੇ ਨੈਗੇਟਿਵ ਨਾ ਹੋ ਜਾਏ ਵਿਚਾਰ। ਉਹਨਾਂ ਕਿਹਾ ਨਹੀਂ, ਅੱਗ ਉੱਥੇ ਲੱਗੀ ਹੈ ਜਿਹੜਾ ਬੰਦਾ ਗੁਰੂ ਤੋਂ ਰਹਿਤ ਹੈ, ਜਿਨ੍ਹਾਂ ਨੂੰ ਗੁਰੂ ਨੇ ਜਿਨ੍ਹਾਂ ਦੇ ਸਿਰ ਤੇ ਹੱਥ ਰੱਖਿਆ। ਜੋ ਜਨ ਪੀਰ ਨਿਵਾਜਿਆ, ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਜਿਹੜੇ ਨਿਤਨੇਮੀ ਗੁਰੂ ਕੇ ਪਿਆਰ ਵਾਲੇ ਗੁਰਮੁਖ ਪਿਆਰੇ ਨੇ, ਤਿੰਨਾਂ ਅੰਚ ਨਾ ਲਾਗ, ਉਹਨਾਂ ਨੂੰ ਇਸ ਅੱਗ ਦਾ ਸੇਕ ਨਹੀਂ ਲੱਗਦਾ, ਉਹ ਇਸ ਸੇਕ ਤੋਂ ਬਚ ਜਾਂਦੇ ਨੇ। ਸਤਿਗੁਰੂ ਅੱਗੇ ਇੱਕ ਹੋਰ ਸ਼ਲੋਕ ਕਹਿੰਦੇ, ਫਰੀਦਾ ਉਮਰ ਸੁਹਾਵੜੀ ਸੰਗ ਸੁਵੰਦੜੀ ਦੇਹ। ਉਮਰ ਸੋਹਣੀ ਹੈ, ਜਵਾਨੀ ਤਾਕਤ ਹੈ, ਤੇ ਨਾਲ ਦੇਹ ਵੀ ਬੜੀ ਸੋਹਣੀ ਹੈ, ਪਰ ਵਿਰਲੇ ਕਈ ਪਾਇਨ, ਜਿਨ੍ਹਾਂ ਪਿਆਰੇ ਨੇ ਵਿਰਲੇ ਹੀ ਇਸ ਜਵਾਨੀ ਦਾ ਲਾਭ ਲੈਂਦੇ ਨੇ, ਜਿਨ੍ਹਾਂ ਨੂੰ ਪਰਮੇਸ਼ਰ ਨਾਲ ਪਿਆਰ ਹੈ। ਇਹ 83 ਨੰਬਰ ਸ਼ਲੋਕ ਹੈ। ਔਰ ਮੈਂ ਵਿੱਚ ਰੁਕਦਾ ਤਾਂ ਨਹੀਂ ਸਾਹਿਬ ਕਹਿੰਦੇ ਸੋਚਦੇ ਹੋਵੋ ਵੀ ਅੱਗੇ ਚਲਾ ਗਿਆ, 80 ਕਰਨੇ ਸੀ 83 ਹੋ ਗਏ। ਉਹਦਾ ਕਾਰਨ ਹੈ ਵੀ ਮੈਨੂੰ ਇਹ ਡਰ ਸੀ ਵੀ ਮੈਂ ਜਿੱਥੇ ਰੁਕ ਗਿਆ ਮੇਰੇ ਤੋਂ ਅੱਗੇ ਜਾਇਆ ਨਹੀਂ ਜਾਣਾ, ਇਸ ਲਈ ਉੱਤੇ ਉੱਤੇ ਹੀ ਠੀਕ ਹੈ। ਤਾਂ ਇਸ ਢੰਗ ਦੇ ਨਾਲ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਇਸ ਤਰ੍ਹਾਂ ਸਾਨੂੰ ਉਪਦੇਸ਼ ਦਿੰਦੀ ਹੈ। ਉਹਨਾਂ ਦੀ ਬਾਣੀ ਵਿੱਚ ਬਿਰਹੋਂ ਹੈ, ਪਰਮਾਤਮਾ ਦਾ ਪਿਆਰ, ਔਰ ਨਾਲ ਨਾਲ ਮੌਤ ਦੀ ਯਾਦ ਤੇ ਉਹਦੀ ਬੰਦਗੀ ਦੀ ਵਾਸਤੇ ਸਾਨੂੰ ਬਖਸ਼ਿਸ਼ ਕਰਦੀ। ਆਓ ਇੱਕ ਦੋ ਵਾਰੀ ਉਚਾਰਨ ਕਰੀਏ, ਵਾਹਿਗੁਰੂ 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 ਵਾਹਿਗੁਰੂ